ਸ੍ਰੀ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਾਮ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪਰੋਂ ਤਹਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਪੁਨ ਇੱਕ ਦਿਨ ਧਰਮਸ਼ਾਲਾ ਮਾਈ ਬੈਠੇ ਪ੍ਰਭੂ ਸਿੱਖ ਬਹੁ ਜਾਈ ਮ੍ਰਿਦੁਲ ਮధుਰ ਕੀਰਤਨ ਧੁਨ ਹੋਤੀ ਸੁਨਤ ਸ਼ਰੋਤਾ ਹੋਏ ਸੁਮਤ ਉਦੋਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਵੈਰਾਗ ਤਿਆਗ ਅਨੁਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਜੁੜ ਬੈਠੀ ਬਹੁਤ ਹੀ ਸਨਮਾਨਯੋਗ ਸਤਿਕਾਰਯੋਗ ਸਤਿਗੁਰੂ ਜੀ ਦਾ ਖਾਸ ਰੂਪ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ
ਬਿਨ ਸੰਗਤ ਮੈਲ ਭਰੀਜੈ ਜੀਓ। ਪੂਰਬਲੇ ਜਨਮਾਂ ਦੇ ਕੋਈ ਚੰਗੇ ਕਰਮ ਜਾਗੇ ਹਨ, ਜਿਸ ਦਾ ਫਲ ਸਵਰੂਪ ਗੁਰੂ ਕੀ ਸੰਗਤ ਪ੍ਰਾਪਤ ਹੋ ਰਹੀ ਹੈ। ਕੋਟਾਨ ਕੋਟ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼ੁਕਰ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਵਾਜ ਮਹਾਰਾਜ ਜੀ ਨੇ ਭਾਈ ਕਾਲੂ ਨਾਮ ਦੇ ਇੱਕ ਗੁਰਸਿੱਖ ਨੂੰ ਆਤਮ ਗਿਆਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਸਨਮੁਖ ਕੌਣ ਹੁੰਦਾ ਹੈ ਤੇ ਮਨਮੁਖ ਕੌਣ ਹੁੰਦਾ ਹੈ, ਉਹਦੀ ਪਰਿਭਾਸ਼ਾ ਸਤਿਗੁਰਾਂ ਨੇ ਦੱਸੀ ਹੈ। ਸਨਮੁਖ ਉਹ ਹੈ ਜਿਹਦੇ ਵਿੱਚ ਕਰੁਣਾ, ਮੁਦਤਾ, ਮੈਤਰੀ ਇਹ ਸ਼ੁਭ ਗੁਣ ਹੋਣ। ਕਰੁਣਾ, ਮੁਦਤਾ, ਮੈਤਰੀ ਤੇ ਉਪੇਖਿਆ, ਇਹਨਾਂ ਚਾਰਾਂ ਦਾ ਵਿਸਥਾਰ ਕਰਕੇ ਵੀ ਸਤਿਗੁਰੂ ਜੀ ਨੇ ਦੱਸਿਆ। ਮਨਮੁਖ ਉਹ ਹੈ ਜਿਹੜਾ ਮਨ ਦੇ ਕਹਿਣੇ ਤੇ ਚੱਲੇ, ਮਨ ਦਾ ਕਹਿਣਾ ਮੰਨ ਕੇ ਉਹਦੇ ਅਨੁਸਾਰ ਟੁਰ ਪਵੇ, ਉਹ ਮਨਮੁਖ ਹੈ। ਭਾਈ ਕਾਲੂ ਜੀ ਨੂੰ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ। ਹੋਰ ਕੁਝ ਸਿੱਖ ਸਤਿਗੁਰਾਂ ਦੀ ਸ਼ਰਨ ਆ ਰਹੇ ਹਨ। ਮਹਾਰਾਜ ਜੀ ਤਿੰਨਾਂ ਨੂੰ ਉਪਦੇਸ਼ ਬਖਸ਼ ਕੇ ਨਿਵਾਜ ਰਹੇ ਨੇ। ਪਰਥਾਏ ਭਾਵੇਂ ਉਹਨਾਂ ਗੁਰਸਿੱਖਾਂ ਦੇ ਬੋਲ ਰਹੇ ਨੇ, ਪਰ ਸਾਡੇ ਸਾਰਿਆਂ ਵਾਸਤੇ ਸਤਿਗੁਰੂ ਜੀ ਦੇ ਇਹ ਅੰਮ੍ਰਿਤ ਬੋਲ ਸਾਂਝੇ ਬੋਲ ਨੇ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਸਤਿਗੁਰੂ ਜੀ ਦਾ ਉਪਦੇਸ਼ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਲਈ ਸਰਬ ਸਾਂਝਾ ਉਪਦੇਸ਼ ਹੈ। ਆਓ ਮਨ ਬਿਰਤੀਆਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਜੋੜੀਏ। ਇਕਾਗਰਤਾ ਬਣਾਉਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਇੱਕ ਦਿਨ ਧਰਮਸ਼ਾਲਾ ਮਾਈ। ਇੱਕ ਦਿਨ ਦਾ ਬਚਨ ਹੈ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਧਰਮਸ਼ਾਲਾ ਵਿੱਚ ਬਿਰਾਜਮਾਨ ਹਨ। ਬੈਠੇ ਪ੍ਰਭੂ ਸਿੱਖ ਬੋ ਜਾਈ। ਸਤਿਗੁਰੂ ਜੀ ਧਰਮਸ਼ਾਲਾ 'ਚ ਆਪਣੇ ਤਖਤ ਤੇ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਬਹੁਤ ਸਾਰੇ ਗੁਰਸਿੱਖ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆ ਰਹੇ ਹਨ। ਮ੍ਰਿਦੁਲ ਮధుਰ ਕੀਰਤਨ ਧੁਨ ਹੋਤੀ। ਗੁਰਦੇਵ ਦੇ ਪਾਵਨ ਦਰਬਾਰ ਵਿੱਚ ਮਿਰਦੁਲ ਮਿੱਠੀ ਕੋਮਲ ਆਵਾਜ਼ ਵਿੱਚ ਰੱਬੀ ਬਾਣੀ ਦੀ ਧੁਨ ਦਾ ਕੀਰਤਨ ਹੋ ਰਿਹਾ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਤਿਗੁਰਾਂ ਦੇ ਦਰਬਾਰ ਵਿੱਚ ਸਤਿਗੁਰਾਂ ਦੇ ਕੀਰਤਨੀਏ ਕਰ ਰਹੇ ਹਨ। ਸੁਨਤ ਸ਼ਰੋਤ ਵੈ ਸੁਮਤ ਉਦੋਤੀ। ਜਿਹੜਾ ਕੋਈ ਮਾਈ ਭਾਈ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣਦਾ ਹੈ, ਸੁਣਨ ਵਾਲਿਆਂ ਨੂੰ ਸੁਮਤ ਦਾ ਦਾਨ ਪ੍ਰਾਪਤ ਹੁੰਦਾ ਹੈ। ਜਿਹੜਾ ਵੀ ਸੁਣਦਾ ਉਹਨੂੰ ਸਦ ਬੁੱਧੀ ਤੇ ਸੁਮਤ ਦਾ ਦਾਨ ਪ੍ਰਾਪਤ ਹੋ ਰਿਹਾ ਹੈ। ਦੋਹਰਾ ਖੱਤਰੀ ਭਗਤਾ ਓਹਰੀ ਜਾਪੂ ਵੰਸੀ ਦੋਏ। ਖੱਤਰੀ ਵਰਣ ਨਾਲ ਸੰਬੰਧਿਤ ਭਾਈ ਭਗਤਾ ਓਰੀ ਤੇ ਭਾਈ ਜਾਪੂ ਵੰਸੀ, ਇਹ ਦੋ ਗੁਰਸਿੱਖ ਬੰਧਨ ਕਰ ਹਰ ਖੀਰ ਦੇ ਮਗਨ ਪ੍ਰੇਮ ਮੈਂ ਹੋਏ। ਭਾਈ ਭਗਤਾ ਜੀ ਔਰ ਭਾਈ ਜਾਪੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਆਪਣੇ ਹਿਰਦੇ ਵਿੱਚ ਬੜੀ ਖੁਸ਼ੀ ਨਾਲ, ਬੜੇ ਚਾਅ ਨਾਲ, ਉਮਾ ਨਾਲ ਸਤਿਗੁਰੂ ਜੀ ਦੇ ਦਰਸ਼ਨ ਪਰਸਣੇ ਵਾਸਤੇ ਆਏ ਹਨ। ਚੌਪਈ ਠਾਂਡੇ ਹੋਏ ਕੀਨ ਅਰਦਾਸ। ਦੋਨਾਂ ਗੁਰਸਿੱਖਾਂ ਨੇ ਭਾਈ ਭਗਤਾ ਓਰੀ ਜੀ ਔਰ ਭਾਈ ਜਾਪੂ ਵੰਸੀ ਜੀ ਦੋਨਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਆ ਕੇ ਹੱਥ ਜੋੜੇ। ਹੱਥ ਜੋੜ ਕੇ ਬੜੇ ਅਦਬ ਭਾਵ ਨਾਲ ਸਤਿਗੁਰੂ ਜੀ ਨੂੰ ਅਰਦਾਸ ਕੀਤੀ। ਤੁਮਰੋ ਦਰਸ਼ਨ
ਗਿਆਨ ਪ੍ਰਕਾਸ਼। ਕਹਿਣ ਲੱਗੇ ਮਹਾਰਾਜ ਜੀ ਤੁਹਾਡੇ ਦਰਸ਼ਨ ਸਾਡੇ ਹਿਰਦਿਆਂ ਵਿੱਚ ਗਿਆਨ ਦਾ ਪ੍ਰਕਾਸ਼ ਕਰਦੇ ਨੇ। ਮਹਾਰਾਜ ਜੀ ਤੁਹਾਡੇ ਦਰਸ਼ਨ ਹੀ ਐਸੇ ਪ੍ਰਕਾਸ਼ ਰੂਪ ਨੇ ਕਿ ਆਪ ਜੀ ਦੇ ਦਰਸ਼ਨ ਕੀਤਿਆਂ ਹਿਰਦੇ 'ਚ ਗਿਆਨ ਉਦੋਤ ਹੁੰਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਵਿਦਿਆ ਬਿਕੇ ਨਿਪੁੰਨ ਜੋ ਨਰ ਹੈ। ਮਹਾਰਾਜ ਜੀ ਜਿਹੜੇ ਵਿਦਵਾਨ ਲੋਕ ਨੇ ਜਿਨ੍ਹਾਂ ਨੇ ਵਿਦਿਆ ਹਾਸਲ ਕੀਤੀ ਹੋਈ ਹੈ, ਜਿਹੜੇ ਵਿਦਿਆ ਵਿੱਚ ਨਿਪੁੰਨ ਹਨ, ਸਦਾ ਵਿਚਾਰ ਕਰਤ ਤੇ ਤਰੈ। ਉਹ ਹਮੇਸ਼ਾ ਵਿਦਿਆ ਨੂੰ ਵਿਚਾਰਦੇ ਨੇ। ਜਿਹੜੇ ਵਿਦਵਾਨ ਹੁੰਦੇ ਨੇ ਉਹ ਵਿਦਿਆ ਦੀ ਵਿਚਾਰ ਕਰਦੇ ਨੇ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਦਾ ਵਿਚਾਰ ਕਰਦੇ ਨੇ ਜਿਹੜੇ ਵਿਦਵਾਨ ਹੁੰਦੇ ਨੇ, ਪੜ੍ਹੇ ਲਿਖੇ ਹੋਣ, ਜਿਨ੍ਹਾਂ ਨੇ ਸ਼ਾਸਤਰ ਪੜ੍ਹੇ ਨੇ, ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਫਿਰ ਉਹਨਾਂ ਦੀ ਉਹ ਵਿਚਾਰ ਕਰਦੇ ਹਨ। ਹਮਕੋ ਵਿਦਿਆਹੀਨ ਪਛਾਨੋ। ਪਰ ਮਹਾਰਾਜ ਜੀ ਅਸੀਂ ਤਾਂ ਵਿਦਿਆਹੀਣ ਆ, ਅਨਪੜ੍ਹ ਆ, ਅਸੀਂ ਤਾਂ ਕੋਈ ਵਿਦਿਆ ਪੜ੍ਹੀ ਨਹੀਂ ਹੈ। ਜਿਹੜੇ ਤਾਂ ਵਿਦਵਾਨ ਹੁੰਦੇ ਮਹਾਰਾਜ ਜੀ, ਜਿਨ੍ਹਾਂ ਦੇ ਕੋਲ ਵਿਦਿਆ ਹੈ, ਉਹ ਤਾਂ ਵਿਦਿਆ ਦੀ ਵਿਚਾਰ ਕਰਕੇ ਆਤਮ ਗਿਆਨ ਨੂੰ ਪ੍ਰਾਪਤ ਕਰਦੇ ਨੇ। ਪਾਤਸ਼ਾਹ ਅਸੀਂ ਵਿਦਿਆਹੀਣੇ ਹਾਂ, ਅਸੀਂ ਤਾਂ ਕੁਝ ਪੜ੍ਹੇ ਲਿਖੇ ਨਹੀਂ ਹੋਏ। ਜਿਉ ਉਧਾਰ ਹੋਏ ਤਿਉ ਸੋ ਬਖਾਨੋ। ਮਹਾਰਾਜ ਜੀ ਸਾਡਾ ਉਧਾਰ ਕਿਵੇਂ ਹੋਵੇਗਾ? ਜਿਵੇਂ ਹੋਵੇ ਸਾਡਾ ਉਧਾਰ ਉਦਾਂ ਦਾ ਉਪਦੇਸ਼ ਮਹਾਰਾਜ ਜੀ ਸਾਨੂੰ ਬਖਸ਼ੋ। ਬਹੁਤਿਆਂ ਦੇ ਹਿਰਦਿਆਂ ਵਿੱਚ ਹੁੰਦਾ ਹੈ ਮਹਾਰਾਜ ਜੀ ਅਸੀਂ ਤਾਂ ਪੜ੍ਹੇ ਨਹੀਂ ਹਾਂ, ਅਸੀਂ ਤਾਂ ਕੋਈ ਵਿਦਿਆ ਪੜ੍ਹੀ ਨਹੀਂ ਹੈ, ਸਾਡਾ ਉਧਾਰ ਕਿਵੇਂ ਹੋਵੇਗਾ? ਜਿਹੜੇ ਤਾਂ ਵਿਦਵਾਨ ਨੇ, ਵਿਦਿਆ ਪੜ੍ਹੀ ਹੈ, ਜਿਹੜੇ ਗੁਰਬਾਣੀ ਪੜ੍ਹ ਲੈਂਦੇ ਨੇ, ਉਹ ਤਾਂ ਵਿਚਾਰ ਵੀ ਕਰ ਲੈਂਦੇ ਆ। ਸਾਨੂੰ ਤਾਂ ਜੀ ਬਾਣੀ ਵੀ ਨਹੀਂ ਪੜ੍ਹਨੀ ਆਉਂਦੀ, ਅਸੀਂ ਕਿਵੇਂ ਤਰਾਂਗੇ? ਮਹਾਰਾਜ ਜੀ ਸਾਡੇ ਵਾਸਤੇ ਉਪਦੇਸ਼ ਬਖਸ਼ੋ ਕਿ ਜਿਹੜੇ ਸਾਡੇ ਵਰਗੇ ਅਨਪੜ੍ਹ ਨੇ, ਕੁਝ ਵਿਦਿਆ ਪੜ੍ਹ ਲਿਖ ਨਹੀਂ ਸਕਦੇ, ਮਹਾਰਾਜ ਜੀ ਉਹਨਾਂ ਦਾ ਉਧਾਰ ਕੀਕੂ ਹੋਵੇ। ਸੁਣ ਕੇ ਬੋਲੇ ਸ੍ਰੀ ਗੁਰ ਤਬਈ। ਜਦੋਂ ਭਾਈ ਜਾਪੂ ਬੰਸੀ ਜੀ ਔਰ ਭਾਈ ਭਗਤੂ ਔਰੀ ਜੀ ਨੇ ਬੇਨਤੀ ਕੀਤੀ, ਸੁਣ ਕੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਮਨ ਮੁਖ ਕਰਮ ਤਜੋ ਜੇ ਸਭਈ। ਮਹਾਰਾਜ ਜੀ ਕਹਿੰਦੇ ਭਾਈ ਭਾਵੇਂ ਕੋਈ ਵਿਦਿਆਵਾਨ ਹੈ ਤੇ ਭਾਵੇਂ ਕੋਈ ਅਨਪੜ੍ਹ ਹੈ, ਜਿਹੜਾ ਨਾ ਪੜ੍ਹਿਆ ਹੋਵੇ, ਤੇ ਭਾਵੇਂ ਕੋਈ ਪੜ੍ਹਿਆ ਹੋਇਆ ਹੈ, ਮਨਮੁਖਾਂ ਦੇ ਲੱਛਣ ਛੱਡਣੇ ਪੈਣਗੇ ਦੋਨਾਂ ਨੂੰ। ਜਿਹੜੇ ਮਨਮੁਖਾਂ ਵਾਲੇ ਕਰਮ ਨੇ, ਹੇ ਭਾਈ ਉਹਨਾਂ ਦਾ ਤਿਆਗ ਕਰੋ, ਮਨਮੁਖਾਂ ਵਾਲੀ ਬਿਰਤੀ ਦਾ ਤਿਆਗ ਕਰੋ, ਤਬ ਹੋਵੇ ਕਲਿਆਣ ਤੁਮਾਰਾ। ਜਦੋਂ ਮਨਮੁਖਾਂ ਦੇ ਕਰਮ ਤਿਆਗੋਗੇ ਫਿਰ ਤੁਹਾਡਾ ਉਧਾਰ ਹੋਵੇਗਾ, ਫਿਰ ਤੁਹਾਡਾ ਜੀਵਨ ਸਫਲ ਹੋਵੇਗਾ, ਇਹ ਸੰਸਾਰ ਵਿੱਚ ਆਇਆ ਪ੍ਰਵਾਨ ਹੋਵੇਗਾ। ਬਹੁਰ ਨ ਪਾਵੋਗੇ ਸੰਸਾਰਾ। ਜਦੋਂ ਤੁਸੀਂ ਮਨਮੁਖਾਂ ਦੇ ਕਰਮ ਤਿਆਗੋਗੇ ਤੁਹਾਨੂੰ ਮੁੜ ਕੇ ਸੰਸਾਰ ਦੇ ਵਿੱਚ ਦੁਬਾਰਾ ਜੰਮਣਾ ਮਰਨਾ ਨਹੀਂ ਪਵੇਗਾ। ਪਾਤਸ਼ਾਹ ਕਹਿੰਦੇ ਭਾਈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜੇ ਤੁਸੀਂ ਇਹ ਬਚਨ ਕਮਾ ਲਓ, ਭਾਵੇਂ ਕੋਈ ਪੜ੍ਹਿਆ ਤੇ ਭਾਵੇਂ ਕੋਈ ਅਨਪੜ੍ਹ, ਦੋਨਾਂ ਨੂੰ ਪਰਮਗਤੀ ਦੀ ਪ੍ਰਾਪਤੀ ਹੋਵੇਗੀ। ਤੇ ਜੇ ਕੋਈ ਪੜ੍ਹ ਲਿਖ ਕੇ ਵੀ ਮਨਮੁਖਾਂ ਦੇ ਲੱਛਣ ਨਹੀਂ ਤਿਆਗਦਾ ਤੇ ਉਹ ਇਸ ਭਰਮ 'ਚ ਨਾ ਰਵੇ ਕਿ ਮੈਂ ਮੁਕਤ ਹੋ ਜਾਵਾਂਗਾ, ਮੈਂ ਤਾਂ ਪੜ੍ਹਿਆ ਲਿਖਿਆ। ਮਹਾਰਾਜ ਜੀ ਕਹਿੰਦੇ ਪੜ੍ਹਿਆ ਹੋਵੇ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਐ। ਜੇ ਪੜ੍ਹਿਆ ਲਿਖਿਆ ਬੰਦਾ ਗੁਨਾਹ ਕਰੇ, ਗੁਨਾਹਗਾਰ ਹੋਵੇ, ਤੇ ਇਹਦਾ ਮਤਲਬ ਇਹ ਨਹੀਂ ਵੀ ਉਹਦੀ ਜਗ੍ਹਾ ਤੇ ਕਿਸੇ ਅਨਪੜ੍ਹ ਨੂੰ ਮਾਰ ਪਵੇਗੀ। ਜਿਹੜਾ ਜਿਹੋ ਜੇ ਕਰਮ ਕਰੇਗਾ ਉਹਨੂੰ ਉਹੋ ਜੇ ਭੋਗਣੇ ਪੈਣਗੇ। ਪਾਤਸ਼ਾਹ ਕਹਿੰਦੇ ਮਨਮੁਖਾਂ ਦੇ ਲੱਛਣ ਛੱਡੋ, ਮਨਮੁਖਾਂ ਦੇ ਲੱਛਣਾਂ ਦਾ ਤਿਆਗ ਕਰੋ। ਤੇ ਜਦੋਂ ਮਨਮੁਖਾਂ ਦੇ ਲੱਛਣ ਛੱਡੋਗੇ, ਮਨਮੁਖਾਂ ਵਾਲੇ ਕਰਮ ਤਿਆਗੋਗੇ, ਤਾਂ ਤੁਹਾਡਾ ਮੁੜ ਕੇ ਸੰਸਾਰ ਵਿੱਚ ਆਵਾਗੌਣ ਨਹੀਂ ਹੋਵੇਗਾ, ਤੁਸੀਂ ਜਨਮ ਤੇ ਮਰਨ ਦੋਨਾਂ ਤੋਂ ਰਹਿਤ ਹੋ ਜਾਓਗੇ। ਪ੍ਰਸ਼ਨ ਕੀਨ ਤਿਨ ਦ્વੈ ਕਰ ਜੋਰੈ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ, ਸੁਣ ਕੇ ਭਾਈ ਜਾਪੂ ਬੰਸੀ ਜੀ ਔਰ ਭਾਈ ਭਗਤਾ ਔਰੀ ਜੀ ਨੇ ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਸਤਿਗੁਰਾਂ ਕੋਲ ਸਵਾਲ ਕੀਤਾ। ਮਹਾਰਾਜ ਜੀ ਨੂੰ ਪ੍ਰਸ਼ਨ ਪੁੱਛਦੇ ਹਨ, ਮਨਮੁਖ ਕਰਮ ਕਹੋ ਜੋ ਛੋਰੈ। ਮਹਾਰਾਜ ਜੀ ਮਨਮੁਖਾਂ ਵਾਲੇ ਕਰਮ ਛੱਡਣ ਦਾ ਆਪ ਜੀ ਦਾ ਹੁਕਮ ਹੈ, ਕਿਰਪਾ ਕਰਕੇ ਵੀ ਦੱਸ ਦਿਓ ਵੀ ਮਨਮੁਖਾਂ ਵਾਲੇ ਕਿਹੜੇ ਕਰਮ ਨੇ ਜਿਹੜੇ ਅਸੀਂ ਤਿਆਗੀਏ।
ਜਿਹੜੇ ਮਨਮੁਖਾਂ ਵਾਲੇ ਕਰਮ ਨੇ, ਜਿਨ੍ਹਾਂ ਦੇ ਤਿਆਗ ਦਾ ਆਪ ਜੀ ਦਾ ਹੁਕਮ ਹੈ, ਦਇਆ ਕਰਕੇ ਸਾਨੂੰ ਦਰਸਾਓ ਤੇ ਦੱਸੋ ਕਿ ਮਨਮੁਖਾਂ ਦੇ ਕਰਮ ਕਿਹੜੇ ਹਨ ਜਿਨ੍ਹਾਂ ਦਾ ਅਸੀਂ ਤਿਆਗ ਕਰੀਏ। ਤਬ ਸ਼੍ਰੀ ਗੁਰ ਸਗਰੀ ਬਿਦ ਬਰਨੀ। ਸਿੱਖਾਂ ਦੀ ਬੇਨਤੀ ਸੁਣ ਕੇ ਜਗਤ ਗੁਰੂ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਮੰਡਲ ਵਿੱਚੋਂ ਚੰਦਰਮਾ ਜੈਸੇ ਸੁੰਦਰ ਮੁਖੜੇ ਚੋਂ ਅੰਮ੍ਰਿਤ ਸਰੀਖੇ ਬੋਲ ਬੋਲੇ ਹਨ। ਰਿਦੇ ਈਰਖਾ ਸਭ ਸੋ ਕਰਨੀ। ਮਹਾਰਾਜ ਜੀ ਕਹਿੰਦੇ ਮਨਮੁਖਾਂ ਦੇ ਕਰਮ ਸੁਣੋ ਕਿਹੜੇ ਨੇ। ਪਹਿਲਾ, ਹਿਰਦੇ ਵਿੱਚ ਸਭ ਨਾਲ ਹੀ ਈਰਖਾ ਕਰਨੀ, ਸਭ ਨਾਲ ਦਵੈਸ਼ ਰੱਖਣੀ ਮਨ 'ਚ, ਈਰਖਾ ਦੀ ਅੱਗ ਦੇ ਵਿੱਚ ਸਰਬ ਪ੍ਰਤੀ ਸੜਦੇ ਰਹਿਣਾ। ਜਗਤ ਪਦਾਰਥ ਸੁਖ ਜੇ ਸਾਰੇ। ਜਗਤ ਦੇ ਜਿਹੜੇ ਪਦਾਰਥ ਤੇ ਸੰਸਾਰ ਦੇ ਜਿੰਨੇ ਸੁੱਖ ਸਹੂਲਤਾਂ ਨੇ, ਸਭ ਕੇ ਮਿਟ ਕਰ ਹੋਏ ਹਮਾਰੇ। ਈਰਖਾ ਕਰਕੇ ਇਹ ਆਖੇ ਵੀ ਸਾਰਿਆਂ ਦੇ ਮਿਟ ਕੇ ਮੇਰੇ ਹੋ ਜਾਣ। ਇਹ ਮਨਮੁਖਾਂ ਦੇ ਕਰਮ ਦੱਸਦੇ ਨੇ ਕਿ ਦੁਨੀਆ ਦੇ ਜਿੰਨੇ ਸੁੱਖ ਨੇ, ਲੋਕਾਂ ਦੇ ਜਿੰਨੇ ਧਨ ਦੌਲਤ ਹੈ, ਇਹਨਾਂ ਦੇ ਮਿਟ ਕੇ ਮੇਰੇ ਹੋ ਜਾਣ। ਇਦਾਂ ਦੀ ਜਿਹੜੀ ਬਿਰਤੀ ਹੈ, ਇਹ ਮਨਮੁਖਾਂ ਦਾ ਪਹਿਲਾ ਕਰਮ ਕਹਿ ਸਕਦੇ ਹਾਂ ਕਿ ਸਾਰੇ ਸੰਸਾਰ ਦੇ ਲੋਕਾਂ ਦੇ ਸੁੱਖ ਮਿਟ ਕੇ, ਸਾਰੇ ਸੰਸਾਰ ਦੇ ਲੋਕਾਂ ਦਾ ਧਨ, ਉਹਨਾਂ ਦੀਆਂ ਸਹੂਲਤਾਂ ਉਹਨਾਂ ਕੋਲੋਂ ਖਤਮ ਹੋ ਕੇ ਮੇਰੇ ਕੋਲ ਆ ਜਾਣ। ਸਦਨ ਵਿਭੂਤ ਅਪਰ ਕੋ ਦੇਖੀ। ਜਾਂ ਫਿਰ ਕਿਸੇ ਦੇ ਘਰ ਵਿੱਚ ਵਿਭੂਤੀ ਵੇਖੀ, ਚੰਗੇ ਪਦਾਰਥ ਵੇਖੇ, ਕਿਸੇ ਦੇ ਘਰ 'ਚ ਕੋਈ ਚੰਗੀ ਵਸਤੂ ਧਨ ਦੌਲਤ ਵੇਖਿਆ, ਪੀਰਾ ਪਾਵੇ ਹਿਰਦੇ ਵਿਸ਼ੇਖੀ। ਇਹਦੇ ਹਿਰਦੇ ਨੂੰ ਦੁੱਖ ਹੋਵੇ, ਪੀੜਾ ਮਿਲੇ ਕਿ ਇਹਦੇ ਘਰ ਵਿੱਚ ਕਿਉਂ ਹੈ, ਕਿਉਂ ਦੁਖੀ ਹੋਵੇ। ਕਿਸੇ ਦੇ ਘਰ ਵਿੱਚ ਸੁੱਖ ਵੇਖ ਕੇ, ਕਿਸੇ ਦੇ ਘਰ ਦੀ ਵਿਭੂਤੀ ਵੇਖ ਕੇ ਮਨ 'ਚ ਦੁਖੀ ਹੋਵੇ ਵੀ ਇਹਦੇ ਘਰ 'ਚ ਕਿਉਂ ਹੈ। ਬੰਦਾ ਅੱਜ ਕੱਲ ਇਸੇ ਕਰਕੇ ਬਹੁਤਾ ਦੁਖੀ ਵੀ ਦੂਜਿਆਂ ਕੋਲ ਇਹ ਸੁੱਖ ਕਿਉਂ ਨੇ, ਮੇਰੇ ਕੋਲ ਨਹੀਂ, ਦੂਜੇ ਕੋਲ ਕਿਉਂ ਨੇ। ਇਸ ਦੁੱਖ ਦੇ ਨਾਲ ਜਿਸ ਦਾ ਹਿਰਦਾ ਦੁਖੀ ਹੁੰਦਾ ਹੈ, ਸਰਬ ਨਰਨ ਕੋ ਸ਼ਤਰੂ ਜਾਣੇ। ਜਿਹੜਾ ਸੰਸਾਰ ਦੇ ਸਾਰੇ ਬੰਦਿਆਂ ਨੂੰ ਹੀ ਆਪਣਾ ਦੁਸ਼ਮਣ ਸਮਝੇ ਕਿ ਸਾਰੇ ਹੀ ਮੇਰੇ ਦੁਸ਼ਮਣ ਨੇ, ਕੋਈ ਮੇਰਾ ਮਿੱਤਰ ਨਹੀਂ। ਸੰਗ ਨ ਕਿਸੇ ਭਲਾਈ ਠਾਨੇ। ਔਰ ਕਿਸੇ ਨਾਲ ਵੀ ਭਲਾ ਨਾ ਕਰੇ, ਕਿਸੇ ਨਾਲ ਵੀ ਭਲਾਈ ਨਾ ਕਰੇ, ਸਭ ਦਾ ਬੁਰਾ ਹੀ ਕਰੇ, ਸਭ ਨੂੰ ਆਪਣਾ ਦੁਸ਼ਮਣ ਸਮਝੇ, ਸਭ ਦੇ ਘਰ ਵਿੱਚ ਪਦਾਰਥ ਵੇਖ ਕੇ ਦੁਖੀ ਹੋਵੇ, ਕਿਸੇ ਦੂਜੇ ਦੇ ਘਰ ਵਿੱਚ ਸੁੱਖ ਵੇਖ ਕੇ ਦੁਖੀ ਹੋਵੇ, ਸਭ ਨੂੰ ਆਪਣਾ ਦੁਸ਼ਮਣ ਜਾਣ ਕੇ ਕਿਸੇ ਦਾ ਵੀ ਭਲਾ ਨਾ ਕਰੇ। ਦੋਹਰਾ ਇਕ ਮਨ ਮੁਖ ਕੋ ਕਰਮ ਏ, ਤਿਆਗੋ ਉਰ ਤੇ ਸੋਏ। ਮਹਾਰਾਜ ਜੀ ਕਹਿੰਦੇ ਇੱਕ ਤਾਂ ਆਹ ਕਰਮ ਹੈ ਮਨਮੁਖਾਂ ਦਾ, ਇਹ ਤਿਆਗੋ, ਜਿਹੜਾ ਉੱਪਰ ਦੱਸਿਆ। ਇੱਕ ਤਾਂ ਇਹ ਕਰਮ ਹੈ ਮਨਮੁਖਾਂ ਦਾ, ਸਭ ਨਾਲ ਈਰਖਾ ਕਰਨੀ, ਸਭ ਨੂੰ ਆਪਣਾ ਦੁਸ਼ਮਣ ਸਮਝਣਾ, ਕਿਸੇ ਨਾਲ ਭਲਾਈ ਨਾ ਕਰਨੀ, ਕਿਸੇ ਦੇ ਘਰ 'ਚ ਪਦਾਰਥ ਵੇਖ ਕੇ ਮਨ 'ਚ ਦੁਖੀ ਹੋਣਾ। ਮਹਾਰਾਜ ਜੀ ਕਹਿੰਦੇ ਇਹ ਮਨਮੁਖ ਦਾ ਪਹਿਲਾ ਕਰਮ ਹੈ, ਪਹਿਲਾਂ ਤਾਂ ਇਹਨੂੰ ਤਿਆਗੋ। ਦੂਸਰ ਹੋ ਮੈਂ ਮਨ ਕਰੇ, ਸਭ ਸੋ ਨਿਰਦੈ ਹੋਏ। ਦੂਜਾ ਕਰਮ ਹੈ ਮਨਮੁਖ ਦਾ ਹਉਮੈ ਕਰੇ, ਇਹ ਹੰਕਾਰ ਦੇ ਵਿੱਚ ਆਵੇ ਔਰ ਸਭ ਪ੍ਰਤੀ ਨਿਰਦਈ ਹੋਵੇ, ਕਿਸੇ ਪ੍ਰਤੀ ਦਇਆ ਨਾ ਹੋਵੇ, ਬਸ ਨਿਰਦਈ ਭਾਵ ਹੋਵੇ। ਜਦੋਂ ਸਭ ਨੂੰ ਆਪਣਾ ਦੁਸ਼ਮਣ ਸਮਝਣਾ ਤੇ ਫਿਰ ਦੁਸ਼ਮਣ ਤੇ ਥੋੜੀ ਕੋਈ ਦਇਆ ਕਰਦਾ, ਦੁਸ਼ਮਣ ਤੇ ਤਾਂ ਫਿਰ ਨਿਰਦਈ ਭਾਵ ਨਾਲ ਫਿਰ ਨਿਰਦਈ ਪੁਣਾ ਹੀ ਕਰਦਾ ਨਾ। ਮਨਮੁਖ ਦਾ ਦੂਸਰਾ ਕਰਮ ਹੈ ਕਿ ਹਉਮੈ ਦੇ ਸਹਿਤ ਹੋ ਕੇ ਸਭ ਦੇ ਨਾਲ ਨਿਰਦਈ ਭਾਵ ਨਾਲ ਵਿਚਰੇ, ਦਇਆ ਤੋਂ ਵਿਹੂਣਾ ਹੋ ਕੇ ਸਭ ਨਾਲ ਮਾੜੇ ਭੈੜੇ ਕੁਕਰਮ ਕਰੇ। ਚੋਪਈ ਜੇ ਨਿਜ ਤੇ ਘਟ ਦੇਖੇ ਤੇ ਜੇ ਆਪਣੇ ਆਪ ਤੋਂ ਕਿਸੇ ਨੂੰ ਘੱਟ ਵੇਖੇ ਵੀ ਇਹ ਮੇਰੇ ਤੋਂ ਧਨ ਕਰਕੇ ਛੋਟਾ ਹੈ, ਰੂਪ ਕਰਕੇ ਛੋਟਾ ਹੈ, ਕੁਲ ਕਰਕੇ ਛੋਟਾ ਹੈ, ਰੁਤਬੇ ਕਰਕੇ ਛੋਟਾ ਹੈ, ਕਿਸੇ ਵੀ ਤਰੀਕੇ ਨਾਲ
ਜੇ ਕਿਸੇ ਬੰਦੇ ਨੂੰ ਇਹ ਮਨਮੁਖ ਆਪਣੇ ਤੋਂ ਛੋਟਾ ਕਰਕੇ ਜਾਂ ਘੱਟ ਕਰਕੇ ਵੇਖੇ, ਤੈ ਕੋ ਮਤ ਨੈ ਕੈਸੇ ਦੇਈ। ਉਹਨੂੰ ਕਦੇ ਮਤ ਨਹੀਂ ਦਿੰਦਾ, ਵੀ ਉਹਨੂੰ ਇਹ ਮਤ ਨਹੀਂ ਦਿੰਦਾ ਵੀ ਇਹ ਇਹਦੇ ਬਰਾਬਰ ਹੋ ਜੇ, ਛੋਟੇ ਤੋਂ ਵੱਡਾ ਹੋ ਜੇ, ਉਹ ਮਤ ਨਹੀਂ ਦਿੰਦਾ। ਆਪਣੇ ਤੋਂ ਘੱਟ ਹੋਵੇ, ਆਪਣੇ ਤੇ ਘੱਟ ਨੂੰ ਮਤ ਨਹੀਂ ਦਿੰਦਾ ਕਿ ਕਿਤੇ ਮਤ ਦਿੱਤੀ ਤੇ ਮੇਰੇ ਬਰਾਬਰ ਨਾ ਹੋ ਜਾਏ, ਉਹਨੂੰ ਸਗੋਂ ਮਾੜੀ ਮਤ ਦਿੰਦਾ ਵੀ ਹੋਰ ਡਿੱਗਿਆ ਰਹੇ। ਇਦਾਂ ਦੀ ਬਿਰਤੀ ਜਿਹੜੀ ਹੈ, ਮਹਾਰਾਜ ਜੀ ਕਹਿੰਦੇ ਮਨਮੁਖਾਂ ਦੇ ਕਰਮ ਹਨ। ਹਾਸੀ ਕਰੇ ਧਰੇ ਹੰਕਾਰਾ। ਔਰ ਆਪਣੇ ਤੋਂ ਛੋਟੇ ਨੂੰ ਵੇਖ ਕੇ ਉਹਦਾ ਮਖੌਲ ਉਡਾਵੇ, ਔਰ ਹੰਕਾਰ ਸਹਿਤ ਉਹਦੀ ਹਾਸੀ ਉਡਾਵੇ, ਉਹਦਾ ਮਖੌਲ ਕਰੇ, ਉਹਨੂੰ ਬੇਇੱਜ਼ਤ ਕਰੇ, ਔਰ ਉਹਦਾ ਨਿਰਾਦਰ ਕਰਕੇ ਉਹਦੀ ਹਾਸੀ ਕਰੇ। ਉਹਨੇ ਸਮਮਾ ਬੁੱਧ ਉਦਾਰਾ। ਔਰ ਆਖੇ ਨਹੀਂ ਮੇਰੇ ਬਰਾਬਰ ਹੋ ਸਕਦਾ, ਜਿੰਨਾ ਦਿਮਾਗ ਮੇਰਾ ਇਹ ਤਾਂ ਮੇਰੇ ਪਾਸ ਕੂ ਵੀ ਨਹੀਂ ਹੈ। ਏਦਾਂ ਹੰਕਾਰ ਸਹਿਤ ਬੋਲ ਬਾਣੀ ਬੋਲੇ। ਉਨਤੀ ਜੀ ਨਿੰਦਾ ਪਹਿਚਾਨ। ਮਹਾਰਾਜ ਜੀ ਕਹਿੰਦੇ ਇਹ ਮਨਮੁਖਾਂ ਦਾ ਦੂਜਾ ਕਰਮ ਹੈ, ਇਹਨੂੰ ਵੀ ਛੱਡ ਦੇਵੇ। ਤੀਜਾ ਹੈ ਕਿ ਨਿੰਦਾ ਕਰਨੀ, ਸਭ ਦੀ ਨਿੰਦਾ ਹੀ ਕਰੀ ਜੇ, ਫਲਾਣਾ ਵੀ ਮਾੜਾ, ਅਮਕਾ ਵੀ ਮਾੜਾ, ਉਹ ਵੀ ਮਾੜਾ। ਮਨਮੁਖ ਕਦੇ ਕਿਸੇ ਨੂੰ ਚੰਗਾ ਨਹੀਂ ਕਹਿੰਦਾ। ਮਨਮੁਖ ਦਾ ਸੁਭਾਅ ਆ, ਉਹਨੇ ਸਭ ਦੀ ਨਿੰਦਾ ਹੀ ਕਰਨੀ ਹੈ, ਉਹਦੀ ਬਿਰਤੀ ਹੈ। ਤੀਜਾ ਕਰਮ ਹੈ ਮਨਮੁਖ ਦਾ। ਪਹਿਲਾਂ ਦੋ ਦੱਸ ਦਿੱਤੇ ਨੇ, ਹੁਣ ਤੀਜਾ ਦੱਸਦੇ ਨੇ। ਮਨਮੁਖ ਉਹ ਹੈ ਜਿਹੜਾ ਸਰਬ ਪ੍ਰਕਾਰ ਨਾਲ ਸਰਬ ਦੀ ਨਿੰਦਾ ਹੀ ਕਰੇ। ਤਿਆਗ ਦੀਜੀਏ ਕਬ ਨ ਬਖਾਨ। ਮਹਾਰਾਜ ਜੀ ਕਹਿੰਦੇ ਨਿੰਦਾ ਦਾ ਤਿਆਗ ਕਰ ਦਿਓ, ਕਦੇ ਭੁੱਲ ਕੇ ਵੀ ਕਿਸੇ ਦੀ ਨਿੰਦਾ ਨਾ ਕਰੋ। ਮਹਾਰਾਜ ਜੀ ਕਹਿੰਦੇ ਕਰਮ ਵੀ ਛੱਡੋ, ਨਿੰਦਾ ਨਹੀਂ ਕਰਨੀ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤਿਨਾ ਨਿੰਦਕਾਂ, ਨਰਕੇ ਘੋਰ ਪਵਨ। ਨਿੰਦਕਾਂ ਦੀ ਨਿੰਦਾ ਦੀ ਜਿਹਨੇ ਨਿੰਦਾ ਕਰਨੀ ਆ, ਉਹਦਾ ਮੂੰਹ ਦੋਨਾਂ ਜਹਾਨਾਂ ਚ ਕਾਲਾ ਹੋਣਾ। ਤੋ ਪਾਤਸ਼ਾਹ ਕਹਿੰਦੇ ਭਾਈ ਕਦੇ ਕਿਸੇ ਦੀ ਨਿੰਦਾ ਨਾ ਕਰੇ। ਪਿੱਛੇ ਕਥਾ ਆਪ ਜੀ ਨੇ ਸੁਣੀ ਹੈ, ਜਦੋਂ ਵੈਦ ਹਰੀਦਾਸ ਜੀ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਨਬਜ ਫੜੀ ਤੇ ਕਹਿੰਦਾ ਜੀ ਮੈਂ ਰੋਗ ਪਰਖਦਾ ਤੁਹਾਡਾ। ਮਹਾਰਾਜ ਜੀ ਕਹਿੰਦੇ ਵੈਦ ਜੀ ਪਹਿਲਾਂ ਆਪਣੇ ਅੰਦਰ ਦੇ ਰੋਗ ਫੜੇ ਨੇ ਜਿਹੜੇ ਤੁਹਾਨੂੰ ਲੱਗੇ ਐ। ਮਹਾਰਾਜ ਜੀ ਕਹਿੰਦੇ ਵੀ ਉਹ ਪੁੱਛਦਾ ਵੈਦ ਜੀ ਉਹ ਕਿਹੜੇ ਰੋਗ ਨੇ? ਮਹਾਰਾਜ ਜੀ ਕਹਿੰਦੇ ਜਦੋਂ ਕਿਸੇ ਦੀ ਨਿੰਦਾ ਕਰਦੇ ਹੋ ਇਹ ਉਲਟੀ ਦਾ ਰੋਗ ਹੈ। ਵਮਨ ਰੋਗ ਇਹਨੂੰ ਲਿਖਿਆ ਕਿ ਜਦੋਂ ਕਿਸੇ ਦੀ ਨਿੰਦਾ ਕਰਦੇ ਆ ਤਾਂ ਸਮਝ ਲਓ ਉਲਟੀ ਕਰ ਦਿੱਤੀ। ਹਿਰਦੇ ਦਾ ਗੰਦ, ਉਲਟੀ ਵਿੱਚ ਗੰਦਗੀ ਨਿਕਲਦੀ ਹੈ ਨਾ ਪੇਟ ਦੀ ਬਾਹਰ ਮੂੰਹ ਰਾਹੀਂ, ਤੇ ਜਦੋਂ ਕਿਸੇ ਦੀ ਨਿੰਦਾ ਕਰੋ ਉਹ ਵੀ ਤਾਂ ਗੰਦਗੀ ਹੈ ਜਿਹੜੀ ਮੂੰਹ ਰਾਹੀਂ ਬੋਲਣੀ ਹੈ, ਕਿਸੇ ਬਾਰੇ ਕਹਿਣਾ ਕੁਝ। ਪਾਤਸ਼ਾਹ ਕਹਿੰਦੇ ਮਨਮੁਖ ਦਾ ਸੁਭਾਅ ਹੈ ਕਿ ਉਹ ਹਮੇਸ਼ਾ ਨਿੰਦਾ ਹੀ ਕਰਦਾ, ਉਹ ਰੱਬ ਦੇ ਪਿਆਰਿਆਂ ਦੀ ਵੀ ਨਿੰਦਾ ਕਰਨ ਤੋਂ ਬਾਅਦ ਨਹੀਂ ਆਉਂਦਾ। ਤੋ ਮਨਮੁਖਾਂ ਵਾਲਾ ਜਿਹੜਾ ਇਹ ਤੀਜਾ ਕਰਮ ਹੈ ਨਿੰਦਾ ਕਰਨੀ, ਗੁਰਦੇਵ ਕਹਿੰਦੇ ਇਹਨੂੰ ਵੀ ਤਿਆਗ ਦਿਓ। ਜੋ ਵਿਸ਼ੇਕ ਆਪਣੇ ਤੇ ਹੋਏ। ਜਦੋਂ ਮਨਮੁਖ ਇਹ ਵੇਖਦਾ ਵੀ ਮੇਰੇ ਤੋਂ ਕੋਈ ਵਿਸ਼ੇਸ਼ ਹੈ, ਮੇਰੇ ਤੋਂ ਕੋਈ ਅੱਗੇ ਲੰਘ ਗਿਆ ਜਾਂ ਮੇਰੇ ਤੋਂ ਕੋਈ ਵੱਡੇ ਰੁਤਬੇ ਤੇ ਹੈ, ਤੈਂ ਕੀ ਉਸਤਤ ਕਰ ਹੈ ਕੋਏ। ਉਹਦੀ ਜੇ ਕੋਈ ਆ ਕੇ ਉਸਤਤ ਕਰੇ, ਵੇਖੋ ਜੀ ਫਲਾਣਾ ਬੰਦਾ ਬੜਾ ਚੰਗਾ ਹੈ, ਕੋਈ ਆ ਕੇ ਉਹਦੀ ਵਡਿਆਈ ਕਰੇ। ਦੋਹਰਾ ਸੁਨ ਕਰ ਨਹੀਂ ਸਰਾਹਨੀ, ਜਰ ਬਰ ਤੈਂ ਤੇ ਜਾਏ। ਉਹਦੇ ਕੋਲੋਂ ਸੁਣ ਕੇ ਮਨ 'ਚ ਸਹਾਰਨਾ ਨਾ, ਸਗੋਂ ਸੜ ਬਲ ਜਾਏ ਕਿਸੇ ਦੀ ਉਸਤਤ ਸੁਣਦੇ ਆ। ਜਦੋਂ ਆਪਣੇ ਤੋਂ ਕਿਸੇ ਨੂੰ ਵਿਸ਼ੇਸ਼ ਵੇਖੇ ਤੇ ਕੋਈ ਉਹਦੀ ਆ ਕੇ ਉਪਮਾ ਕਰੇ ਤੇ ਸੁਣਦਿਆਂ ਸਾਰ ਹਿਰਦੇ 'ਚ ਸੜ ਬਲ ਜਾਵੇ, ਸਹਾਰੇ ਨਾ। ਮਹਾਰਾਜ ਜੀ ਕਹਿੰਦੇ ਇਹ ਵੀ ਮਨਮੁਖ ਦੀ ਬਿਰਤੀ ਹੈ, ਮਨਮੁਖ ਦਾ ਕਰਮ ਹੈ। ਦੇਖਿਓ ਸੋ ਮੇਰੋ ਆਹੇ, ਇਸ ਬਿਦ ਨਿੰਦਿਆ ਲਾਏ। ਸਗੋਂ ਜੇ ਕੋਈ ਸਲਾਘਾ ਕਰੇ ਉਹਦੀ ਤੇ ਸੁਣ ਕੇ ਕਹਿੰਦਾ ਮੈਂ ਜਾਣਦਾ, ਚੰਗੀ ਤਰ੍ਹਾਂ ਵੇਖਿਆ ਉਹਨੂੰ, ਜਿਹਦੀ ਤੂੰ ਵਡਿਆਈ ਕਰਦਾ ਮੈਂ ਉਹਦੇ ਦੰਦ ਗਿਣੇ ਨੇ, ਮੈਨੂੰ ਪਤਾ ਉਹਦੇ ਬਾਰੇ ਚੰਗੀ ਤਰ੍ਹਾਂ। ਉਹ ਤਾਂ ਇਦਾਂ ਹੀ ਹੈ ਜੀ। ਸਗੋਂ ਜਿਹੜਾ ਉਸਤਤ ਕਰਨ ਵਾਲਾ ਉਹਦੇ ਮਨ 'ਚ ਵੀ ਉਹਦੇ ਪ੍ਰਤੀ ਭਰਮ ਪਾ ਦਿੰਦਾ, ਕਹਿੰਦਾ ਮੈਨੂੰ ਪਤਾ, ਮੈਂ ਜਾਣਦਾ ਉਹਦੇ ਬਾਰੇ ਚੰਗੀ ਤਰ੍ਹਾਂ। ਇਦਾਂ ਸੁਣ ਕੇ ਸਰਾਉਂਦਾ ਨਹੀਂ, ਆਪਣੇ ਹਿਰਦੇ 'ਚ ਸਹਾਰਦਾ ਨਹੀਂ,
ਔਰ ਸੜ ਬਲ ਜਾਂਦਾ ਜਿਹੜਾ ਮਨਮੁਖ ਹੈ। ਚੋਪਈ ਸਮਸੋਂ ਗਰਭ ਅਸੂਇਆ ਤਰਈ। ਜਿਹੜਾ ਬਰਾਬਰ ਦਾ ਹੋਵੇ, ਬਰਾਬਰ ਦੇ ਨਾਲ ਈਰਖਾ ਕਰਦਾ, ਮਨ ਵਿੱਚ ਦਵੈਸ਼ ਕਰਦਾ, ਉਹ ਨਰ ਕਿਆ ਹਉ ਗੁਣ ਭਰਪੁਰਈ। ਕਹਿੰਦੇ ਉਹ ਕੀ ਹੈ, ਉਹਦੇ ਚ ਕੀ ਹੈ? ਕੁਝ ਵੀ ਨਹੀਂ, ਮੈਂ ਗੁਣਾਂ ਨਾਲ ਭਰਿਆ। ਆਪਣੇ ਮੂੰਹ ਆਪ ਵਡਿਆਈ ਕਰਦਾ ਮਨਮੁਖ। ਜਿਹੜਾ ਕੋਈ ਬਰਾਬਰ ਦਾ ਹੋਵੇ ਉਹਦੇ ਪ੍ਰਤੀ ਈਰਖਾ ਕਰਕੇ ਕਹਿੰਦਾ ਉਹਦੇ ਚ ਕੀ ਹੈ ਜੀ, ਉਹਦੇ ਚ ਕਿਹੜਾ ਕੋਈ ਗੁਣ ਹੈ, ਮੇਰੇ ਵਿੱਚ ਆਹ ਗੁਣ ਹੈ, ਮੈਂ ਗੁਣਾਂ ਨਾਲ ਭਰਪੂਰ ਹਾਂ। ਚੌਥੀ ਹਟ ਬਿਰਥੀ ਅਸੋਏ। ਮਹਾਰਾਜ ਜੀ ਕਹਿੰਦੇ ਚੌਥੀ ਮਨਮੁਖ ਦੀ ਬਿਰਤੀ ਹੈ, ਕਰਮ ਹੈ ਹਠ ਬਿਰਤੀ। ਉਹ ਕੀ ਹੈ ਦੱਸਦੇ ਹਨ, ਦੇ ਉਪਦੇਸ਼ ਨਾ ਮੰਨੈ ਕੋਏ। ਇਹ ਵੀ ਮਨਮੁਖ ਦਾ ਕਰਮ ਹੈ ਕਿ ਜੇ ਉਪਦੇਸ਼ ਦੇਵੇ ਕਿਸੇ ਨੂੰ ਤੇ ਉਹ ਅੱਗੋਂ ਮੰਨੇ ਨਾ, ਉਪਦੇਸ਼ ਦੇਵੇ ਤੇ ਉਹ ਨਾ ਮੰਨੇ। ਤਦ ਬਹਟ ਕਰ ਕਰ ਪੁਨ ਕਹਿੀ। ਫਿਰ ਵੀ ਹੱਠ ਕਰਕੇ ਮੁੜ ਮੁੜ ਕੇ ਉਹਨੂੰ ਕਵੇ। ਮੰਨ ਲਓ ਮੈਂ ਕਿਸੇ ਨੂੰ ਕੋਈ ਗੱਲ ਕਹਿਣੀ ਭਲੇ ਦੀ, ਉਹ ਨਾ ਮੰਨੇ, ਮੈਂ ਦੁਬਾਰਾ ਉਹਨੂੰ ਕਹਾਂ ਵੀ ਮੰਨ ਮੰਨ ਮੰਨ, ਬਾਰ-ਬਾਰ ਉਹਨੂੰ ਕਹਾਂ ਤੈਨੂੰ ਮੰਨਣੀ ਪਊ। ਇਹ ਵੀ ਮਨਮੁਖਾਂ ਦਾ ਹੀ ਕਰਮ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਜਿਹੜਾ ਅਗਲਾ ਨਹੀਂ ਮੰਨਦਾ, ਮੈਂ ਨਾ ਮਾਨੂ ਦਾ ਇਲਾਜ ਤਾਂ ਬ੍ਰਹਮਾ ਕੋਲ ਵੀ ਕੋਈ ਨਹੀਂ। ਅੰਨੇ ਨੂੰ ਬੰਦਾ ਸ਼ੀਸ਼ਾ ਵਿਖਾਵੇ, ਉਹਨੂੰ ਕੀ ਦਿਸ ਜਾਣਾ? ਅੰਨੇ ਅੱਗੇ ਸ਼ੀਸ਼ਾ ਕਰ ਦਿਓ, ਉਹਨੂੰ ਕੋਈ ਪਤਾ ਲੱਗਣਾ ਵੀ ਮੇਰੀ ਸ਼ਕਲ ਕਿਹੋ ਜੀ ਹੈ, ਭਾਵੇਂ 100 ਸ਼ੀਸ਼ੇ ਲਿਆ ਕੇ ਰੱਖ ਦਿਓ। ਤੋ ਮਨਮੁਖ ਦੀ ਬਿਰਤੀ ਇਹ ਹੁੰਦੀ ਆ ਵੀ ਜਿਹੜਾ ਨਹੀਂ ਮੰਨੇ ਉਹਨੂੰ ਜ਼ਬਰਦਸਤੀ ਮਨਾਉਣ ਦੀ ਬਿਰਤੀ ਰੱਖਣੀ, ਬਾਰ-ਬਾਰ ਮੁੜ-ਮੁੜ ਕੇ ਉਹਨੂੰ ਮਨਾਉਣਾ। ਇਹ ਵੀ ਮਨਮੁਖ ਦਾ ਕਰਮ ਹੈ, ਇਹਨੂੰ ਹੱਠ ਬਿਰਤੀ ਕਹਿੰਦੇ ਹਨ। ਚਤੁਰ ਕਰਮ ਮਨ ਮੁਖ ਕੇ ਐਹੀ। ਮਹਾਰਾਜ ਜੀ ਕਹਿੰਦੇ ਆਹ 4 ਕਰਮ ਨੇ ਮਨਮੁਖਾਂ ਦੇ। ਇਹ 4 ਕਰਮ ਮਨਮੁਖਾਂ ਦੇ ਕਹੇ ਹਨ। ਤਿਨ ਕੋ ਤਿਆਗ ਕਰੋ ਤੁਮ ਐਸੇ। ਇਹ ਭਾਈ ਇਹਨਾਂ 4 ਕਰਮਾਂ ਦਾ ਤਿਆਗ ਕਰੋ, ਇਹਨਾਂ 4 ਦਾ ਤਿਆਗ ਕਰੋ। ਈਰਖਾ ਛੱਡੋ, ਦਵੈਸ਼ ਛੱਡੋ, ਹੱਠ ਬਿਰਤੀ ਦਾ ਤਿਆਗ ਕਰੋ, ਇਹਨਾਂ 4 ਦਾ ਹੀ ਤਿਆਗ ਕਰੋ। ਸਿਸਰ ਬਿਕੇ ਤਰੁ ਪਤਰਨ ਜੈਸੇ। ਮਹਾਰਾਜ ਜੀ ਕਹਿੰਦੇ ਜਿਵੇਂ ਪੱਤ ਝੜਦੀ ਰੁੱਤ ਦੇ ਵਿੱਚ ਦਰਖਤਾਂ ਦੇ ਪੱਤੇ ਝੜ ਜਾਂਦੇ ਹਨ, ਦੋਹਰਾ ਇਦਾਂ ਇਹਨਾਂ ਕਰਮਾਂ ਦਾ ਤਿਆਗ ਕਰੋ। ਜਿਵੇਂ ਪੱਤੇ ਨਹੀਂ ਤਿਆਗ ਜਾਂਦੇ ਦਰਖਤ ਤੋਂ ਪੱਤ ਝੜ ਵਿੱਚ, ਮਹਾਰਾਜ ਜੀ ਕਹਿੰਦੇ ਇਦਾਂ ਇਹਨਾਂ ਮਨਮੁਖਾਂ ਵਾਲੇ ਕਰਮਾਂ ਦਾ ਤਿਆਗ ਕਰੋ। ਦੋਹਰਾ ਸਿੱਖਨ ਕੋ ਗੁਰਦੇਵ ਸਮ ਜਾਣੇ ਮਨ ਕਰ ਨੀਵ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਗੁਰਦੇਵ ਕਿਰਪਾ ਕਰਨ ਇਹ ਸਾਡੇ ਹਿਰਦੇ 'ਚ ਆ ਜਾਵੇ, ਜਿਹਦੀ ਅੱਜ ਬਹੁਤ ਘਾਟ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਜਦੋਂ ਤੁਸੀਂ ਗੁਰਸਿੱਖਾਂ ਦੇ ਦਰਸ਼ਨ ਕਰੋ ਤੇ ਜਿਤਨੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਗੁਰੂ ਦਾ ਰੂਪ ਕਰਕੇ ਉਹਨਾਂ ਦਾ ਸਤਿਕਾਰ ਕਰੋ। ਸਿੱਖ ਤੇ ਗੁਰੂ 'ਚ ਕੋਈ ਭੇਦ ਨਹੀਂ। ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ। ਗੁਰਸਿੱਖਾਂ ਦੀ ਜਦੋਂ ਸੰਗਤ ਕਰਨ ਦੀ ਬਿਰਤੀ, ਅਸੀਂ ਪੰਜਾਬ 'ਚ ਰਹਿੰਦੇ ਹਾਂ, ਸਾਨੂੰ ਬਹੁਤ ਗੁਰਸਿੱਖ ਮਿਲ ਜਾਂਦੇ ਹਨ, ਸਿੱਖਾਂ ਦੀ ਗਿਣਤੀ ਵੱਧ ਹੈ। ਬਹੁਤ ਥਾਵਾਂ ਐਸੀਆਂ ਨੇ ਜਿੱਥੇ ਟਾਵੇਂ ਟਾਵੇਂ ਗੁਰਸਿੱਖ ਨੇ। ਜਦੋਂ ਆਪਾਂ ਵੀ ਕਿਤੇ ਉਹਨਾਂ ਇਲਾਕਿਆਂ 'ਚ ਚਲੇ ਜਾਈਏ ਨਾ, ਤੇ ਕੋਈ ਸਰਦਾਰ ਭਾਈ ਸਾਨੂੰ ਨਹੀਂ ਨਜ਼ਰ ਆਉਂਦਾ, ਸਿੱਖ ਨਹੀਂ ਨਜ਼ਰ ਆਉਂਦਾ, ਤੇ ਆਪਾਂ ਕਹਿੰਦੇ ਕੋਈ ਇੱਥੇ ਸਿੱਖ ਨਹੀਂ ਦਿਸਦਾ। ਜਦੋਂ ਕੋਈ ਦਿਸ ਜਾਏ ਨਾ ਤੇ ਮਨ ਨੂੰ ਚਾਅ ਚੜ ਜਾਂਦਾ ਵੀ ਗੁਰੂ ਕਾ ਸਿੱਖ ਦਿਸਿਆ। ਤੇ ਜਿਹੜੀ ਚੀਜ਼ ਜਿੱਥੇ ਬਹੁਤੀ ਹੁੰਦੀ ਆ ਨਾ, ਉਹਦੀ ਕਦਰ ਨਹੀਂ ਹੁੰਦੀ। ਜਿੱਥੇ ਕਮੀ ਹੋਵੇ ਉੱਥੇ ਕਦਰ ਹੁੰਦੀ ਹੈ। ਗੁਰੂ ਕੇ ਸਿੱਖਾਂ ਦਾ ਅਦਬ ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਤੁਲ ਕਰਕੇ ਜਾਣਨਾ। ਜਿੰਨਾ ਤੁਸੀਂ ਗੁਰਦੇਵ ਦਾ ਸਤਿਕਾਰ ਕਰਦੇ ਹੋ, ਉਹਨਾਂ ਗੁਰੂ ਕੇ ਸਿੱਖਾਂ ਦਾ ਸਤਿਕਾਰ ਕਰਨਾ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਸਤਿਗੁਰੂ ਜੀ ਆਪਣਿਆਂ ਗੁਰਸਿੱਖਾਂ ਦੇ ਵਿੱਚ ਵਰਤਦੇ ਨੇ, ਗੁਰਸਿੱਖਾਂ 'ਚ ਵਰਤਦੇ। ਸਾਨੂੰ ਤਾਂ ਸਿੱਖ ਨੂੰ ਸਿੱਖ ਵੇਖ ਕੇ ਮਨ ਦੇ ਵਿੱਚ ਇਹ ਆ ਜਾਂਦਾ ਵੀ ਕਿਤੇ ਇਹਨੂੰ ਫਤਿਹ ਵੀ ਨਾ ਬੁਲਾਣੀ ਪਏ ਜੇ ਪਾਸਾ ਵੱਟਣ ਦਾ ਯਤਨ ਕਰਦੇ।
ਬਹੁਤ ਸਾਰੇ ਐਸੇ ਗੁਰਸਿੱਖ ਨੇ ਜਿਹੜੇ ਕੋਈ ਵੀ ਵਸਤੂ ਵੀ ਖਰੀਦਣ ਜਾਣ ਨਾ, ਉਹ ਪਹਿਲਾਂ ਵੇਖਦੇ ਆ ਵੀ ਕਿਸੇ ਆਪਣੇ ਗੁਰਸਿੱਖ ਭਰਾ ਦੀ ਦੁਕਾਨ ਵੇਖੀਏ। ਉਹ ਚਲੇ ਜਾਣ ਤੇ ਅੱਗੋਂ ਗੁਰਸਿੱਖ ਵੀਰ ਜਿਹੜਾ ਦੁਕਾਨ ਤੇ ਬੈਠਾ, ਉਹ ਇਹ ਨਹੀਂ ਸੋਚਦਾ ਕਿ ਕੋਈ ਗੁਰਸਿੱਖ ਮੇਰੀ ਦੁਕਾਨ ਤੇ ਆਇਆ ਤੇ ਮੈਂ ਵੀ ਥੋੜਾ ਜਿਹਾ ਲਿਹਾਜ਼ ਕਰਾਂ। ਉਹ ਵੀ ਕਹਿੰਦਾ ਪਹਿਲੀ ਵਾਰ ਆਇਆ ਤੇ ਇੱਕੋ ਵੇਰੀ ਜਿੰਨਾ ਝਟਕਾਇਆ ਜਾ ਸਕੇ ਝਟਕਾ ਲਵਾਂ, ਬਿਰਤੀ ਉਹਦੇ। ਫਿਰ ਆਮ ਸਿੱਖਾਂ ਦੀ ਜ਼ੁਬਾਨੋਂ ਸੁਣੀਦਾ, ਕਹਿੰਦੇ ਇਹਨਾਂ ਨਾਲੋਂ ਜਿਹੜੇ ਆਮ ਦੂਸਰੇ ਭਾਈਚਾਰੇ ਦੇ ਲੋਕ ਨੇ ਉਹ ਹਾਲੇ ਲਿਹਾਜ਼ ਕਰ ਲੈਂਦੇ, ਇਹ ਨਹੀਂ ਕਰਦੇ। ਇਹ ਵਰਤਾਰਾ ਸਾਰੇ ਪਾਸੇ ਹੀ ਵਰਤ ਰਿਹਾ ਹੈ। ਗੁਰੂ ਖਾਲਸਾ ਜੀ ਗੁਰੂ ਕੇ ਸਿੱਖ ਨੇ ਗੁਰੂ ਕੇ ਸਿੱਖ ਦਾ ਸਤਿਕਾਰ ਕਰਨਾ ਹੈ, ਅਦਬ ਰੱਖਣਾ ਹੈ। ਮਹਾਰਾਜ ਜੀ ਇੱਥੇ ਕਹਿ ਰਹੇ ਨੇ, ਸਿੱਖਨ ਕੋ ਗੁਰਦੇਵ ਸਮ ਜਨ ਹੈ ਮਨ ਕਰ ਨੀਵ। ਆਪਣੇ ਮਨ ਨੂੰ ਨੀਵਾਂ ਕਰਕੇ ਗੁਰੂ ਕੇ ਸਿੱਖਾਂ ਨੂੰ ਸਿੱਖ ਗੁਰੂ ਰੂਪ ਕਰਕੇ ਵੇਖਣਾ ਹੈ, ਗੁਰੂ ਤੁਲ ਜਾਣ ਕੇ ਉਹਨਾਂ ਦਾ ਸਤਿਕਾਰ ਕਰਨਾ ਕਿ ਸਤਿਗੁਰੂ ਜੀ ਇਹਨਾਂ 'ਚ ਵਰਤਦੇ ਹਨ। ਗੁਰੂ ਅਮਰਦਾਸ ਸਾਹਿਬ ਜੀ ਨੂੰ ਸਿੱਖਾਂ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਉਗਰਾ ਛਕਦੇ ਹੋ, 8 ਪਹਿਰੀਆਂ ਲੂਣਾ ਤੇ ਸੰਗਤਾਂ ਖੀਰ ਛਕਦੀਆਂ ਨੇ, ਗੁਰਸਿੱਖ ਪੂੜੀਆਂ ਪੂੜੇ ਛਕਦੇ, ਭਾਂਤ ਭਾਂਤ ਦੇ ਲੰਗਰ ਵੀ ਸਾਨੂੰ ਸ਼ਰਮ ਆਉਂਦੀ ਵੀ ਤੁਸੀਂ ਕੋਲ ਬੈਠੇ ਉਗਰਾ ਛਕਦੇ ਹੋ, ਬਾਕੀ ਸਾਰੇ ਸਿੱਖ ਭਾਂਤ ਭਾਂਤ ਦੇ ਪਕਵਾਨ ਛਕਦੇ ਨੇ। ਮਹਾਰਾਜ ਜੀ ਕਹਿੰਦੇ ਕੋਈ ਨਹੀਂ ਦੱਸਦੇ। ਉਗਰਾ ਛਕ ਕੇ ਜਦੋਂ ਚੂਲੀ ਕੀਤੀ ਨਾ, ਸਤਿਗੁਰਾਂ ਨੇ ਚੂਲਾ ਕੀਤਾ ਤੇ ਸਤਿਗੁਰਾਂ ਦੇ ਚੂਲੇ ਵਿੱਚ ਸਭ ਕੁਝ ਉਹ ਨਿਕਲਿਆ ਜੋ ਗੁਰੂ ਕੇ ਸਿੱਖਾਂ ਨੇ ਸਾਰੀ ਸੰਗਤ ਨੇ ਛਕਿਆ ਸੀ। ਮਹਾਰਾਜ ਜੀ ਕਹਿੰਦੇ ਮੈਂ ਇਹਨਾਂ ਸਾਰਿਆਂ ਵਿੱਚ ਹੀ ਵਰਤਦਾ। ਤੇ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ, ਸਿੱਖ ਪੰਚਨ ਮੈਂ ਵਾਸਾ ਮੋਰਾ। ਜਿੱਥੇ 5 ਸਿੱਖ ਹੋਣ ਤਾਂ ਸਮਝ ਲਓ ਉਹਦੇ 'ਚ ਮੈਂ ਵਸਦਾ, ਤੇ ਜਿੱਥੇ 5 ਤੋਂ ਵੱਧ ਹੋਣ ਭਲਾ ਉੱਥੇ ਗੁਰੂ ਨਹੀਂ ਵਸਦਾ। ਉੱਥੇ ਵੀ ਤਾਂ ਗੁਰੂ ਵਸਦਾ ਨਾ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਕੱਲਾ ਸਿੱਖ ਹੈ, 2 ਸਾਧ ਸੰਗਤ ਦਾ ਰੂਪ ਨੇ, 5 ਹੋ ਜਾਣ ਤਾਂ ਉਹਨਾਂ 'ਚ ਪਰਮੇਸ਼ਰ ਦੇ 5 ਤੋਂ ਵੱਧ ਗੁਰੂ ਕੇ ਸਿੱਖ ਇਕੱਠੇ ਹੋ ਜਾਣ ਤੇ ਉੱਥੇ ਪਰਮੇਸ਼ਰ ਭਰਪੂਰ ਹੋ ਜਾਂਦਾ ਹੈ। ਇਸ ਕਰਕੇ ਭਾਈ ਗੁਰੂ ਕੇ ਸਿੱਖਾਂ ਦਾ ਅਦਬ ਰੱਖਣਾ, ਗੁਰਸਿੱਖਾਂ ਦਾ ਸਤਿਕਾਰ ਕਰਨਾ। ਮੈਨੂੰ ਇੱਕ ਘਟਨਾ ਚੇਤੇ ਆਈ, ਡਾਕਟਰ ਭਾਈ ਵੀਰ ਸਿੰਘ ਜੀ। ਡਾਕਟਰ ਭਾਈ ਵੀਰ ਸਿੰਘ ਜੀ ਇਹੋ ਜਿਹੇ ਮਹਾਨ ਮਹਾਂਪੁਰਸ਼ ਨੇ, ਮੈਂ ਮਹਾਂਪੁਰਸ਼ ਹੀ ਕਹਾਂਗਾ, ਕੋਈ ਮਹਾਤਮਾ ਤੋਂ ਅਵਸਥਾ ਛੋਟੀ ਨਹੀਂ ਸੀ ਉਹਨਾਂ ਦੀ। ਗੁਰੂ ਸਾਹਿਬ ਜੀ ਦੀ ਖੇਡ ਨੂੰ ਸਮਝਣ ਵਾਲੇ ਮਹਾਂਪੁਰਸ਼ ਸਨ ਭਾਈ ਵੀਰ ਸਿੰਘ ਜੀ। ਇੱਕ ਵਾਰ ਕਿਤੇ ਆਪਣੇ ਘਰ 'ਚ ਕਿਤਾਬ ਲਿਖ ਰਹੇ ਸਨ ਤੇ ਪੰਥ ਦੇ ਬੜੇ ਮਹਾਨ ਵਿਦਵਾਨ ਔਰ ਆਤਮਦਰਸ਼ੀ ਮਹਾਂਪੁਰਸ਼ ਸਿੰਘ ਸਾਹਿਬ ਅਕਾਲੀ ਬਾਬਾ ਕੌਰ ਸਿੰਘ ਜੀ, ਉਹ ਕਿਤੇ ਭਾਈ ਵੀਰ ਸਿੰਘ ਜੀ ਨੂੰ ਮਿਲਣ ਗਏ। ਨਿਹੰਗ ਸਿੰਘ ਸੀ ਅਕਾਲੀ ਕੌਰ ਸਿੰਘ ਜੀ। ਅਕਾਲੀ ਜੀ ਮਹਾਂਕਾਲ ਫਰਲਾ ਸੀ ਸੀਸ ਤੇ ਨਿਹੰਗ ਸਿੰਘ ਬਾਣੇ ਦੇ ਵਿੱਚ ਸਰੀਰ ਤੇ ਅਕਸਰ ਉਹ ਖੱਦਰ ਦਾ ਚੋਲਾ ਜਾਂ ਟਾਟ ਬੋਰੀ ਮਿਲ ਜਾਣੀ, ਸੀਸ ਤੇ ਦੁਮਾਲਾ ਵੀ ਨਿਸ਼ਾਨ ਸਾਹਿਬ ਖੱਦਰ ਦੇ ਚੜਿਆ ਕਰਦੇ ਤੇ ਉਹ ਲਪੇਟ ਲਿਆ ਕਰਦੇ। ਭਾਈ ਵੀਰ ਸਿੰਘ ਜੀ ਦੇ ਘਰ ਪਹੁੰਚੇ ਵੀ ਮਿਲਣਾ ਭਾਈ ਵੀਰ ਸਿੰਘ ਨੂੰ, ਤੇ ਸੇਵਾਦਾਰ ਜਿਹੜਾ ਭਾਈ ਵੀਰ ਸਿੰਘ ਜੀ ਦਾ ਸੀ ਉਹਨੇ ਜਾ ਕੇ ਦੱਸਿਆ ਵੀ ਇੱਕ ਨਿਹੰਗ ਸਿੰਘ ਆਇਆ ਬਾਹਰ, ਉਹ ਮਿਲਣਾ ਚਾਹੁੰਦਾ। ਭਾਈ ਵੀਰ ਸਿੰਘ ਜੀ ਨੇ ਸੋਚਿਆ ਵੀ ਮੈਂ ਬਿਜੀ ਹਾਂ, ਇਸ ਵੇਲੇ ਲਿਖ ਰਹੇ ਸਨ, ਵਿਅਸਤ ਸੀ। ਕਹਿੰਦੇ ਕੋਈ ਮਸਤਾਨਾ ਦੀਵਾਨਾ ਨਿਹੰਗ ਸਿੰਘ ਹੋਣਾ, ਟਾਈਮ ਖਰਾਬ ਹੋਣਾ। ਕਹਿੰਦੇ ਉਹਨੂੰ ਕਹੋ ਵੀ ਹਾਲੇ ਟਾਈਮ ਨਹੀਂ ਹੈ, ਵੀ ਠਹਿਰ ਕੇ ਮਿਲਾਂਗੇ। ਸੇਵਾਦਾਰ ਨੇ ਆ ਕੇ ਅਕਾਲੀ ਜੀ ਨੂੰ ਆਖਿਆ ਵੀ ਅਕਾਲੀ ਜੀ ਭਾਈ ਵੀਰ ਸਿੰਘ ਕਹਿੰਦੇ ਵੀ ਹਾਲੇ ਟਾਈਮ ਨਹੀਂ ਹੈ, ਵੀ ਠਹਿਰ ਕੇ ਮਿਲਾਂਗੇ। ਅਕਾਲੀ ਜੀ ਉੱਥੋਂ ਵਾਪਸ ਪਰਤ ਗਏ। ਬਾਅਦ ਜਦੋਂ ਭਾਈ ਵੀਰ ਸਿੰਘ ਜੀ ਨੂੰ ਪਤਾ ਲੱਗਾ ਵੀ ਉਹ ਤਾਂ ਅਕਾਲੀ ਕੌਰ ਸਿੰਘ ਜੀ ਆਏ ਸਨ ਤੇ ਦੌੜ ਕੇ ਉਹਨਾਂ ਦੇ ਪਿੱਛੇ ਗਏ। ਹਲੇ ਥੋੜਾ ਜਿਹਾ ਹੀ ਪੈਂਡਾ ਉਹ ਪੈਦਲ ਚੱਲ ਕੇ ਗਏ, ਪਿੱਛੇ ਪਹੁੰਚੇ, ਅੱਗੇ ਜਾ ਕੇ ਅਕਾਲੀ ਜੀ ਨੂੰ ਰੋਕੇ, ਹੱਥ ਜੋੜ ਕੇ ਫਤਿਹ ਵਜਾਈ। ਕਹਿੰਦੇ ਅਕਾਲੀ ਜੀ ਮਾਫੀ ਚਾਹੁੰਦਾ, ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਹੋ। ਮੈਂ ਆਖਿਆ ਕੋਈ ਨਿਹੰਗ ਸਿੰਘ ਹੈ ਤੇ ਮੈਂ ਕਹਿ ਬੈਠਾ ਵੀ ਸਮਾਂ ਨਹੀਂ। ਤੇ ਅਕਾਲੀ ਜੀ ਨੇ ਜਵਾਬ ਦਿੱਤਾ ਸੀ ਵੀ ਇੱਕ ਨਿਹੰਗ ਸਿੰਘ ਹੋਣਾ ਹੀ ਮੇਰੀ ਵੱਡੀ ਪਰਿਭਾਸ਼ਾ ਸੀ। ਕੌਰ ਸਿੰਘ ਵਰਗੇ ਤੇ ਕਈ ਆਏ ਤੇ ਕਈ ਗਏ। ਜਿਹਦੇ ਕੋਲ ਇੱਕ ਨਿਹੰਗ ਸਿੰਘ ਵਾਸਤੇ, ਇੱਕ ਗੁਰੂ ਕੇ ਸਿੱਖ ਵਾਸਤੇ ਟਾਈਮ ਨਹੀਂ, ਉਹਦੇ ਵਾਸਤੇ ਅਕਾਲੀ ਕੌਰ ਸਿੰਘ ਕੋਲ ਵੀ ਟਾਈਮ ਨਹੀਂ। ਤੁਸੀਂ ਚਲੇ ਜਾਓ। ਵੀ ਤੁਹਾਡੇ ਲਈ ਇਤਨਾ ਕਾਫੀ ਨਹੀਂ ਸੀ ਸਮਝਣਾ ਵੀ ਇੱਕ ਗੁਰੂ ਕਾ ਸਿੰਘ ਆਇਆ।
ਕਿ ਮੇਰਾ ਨਾਂ ਕਹਿਣਾ ਜ਼ਰੂਰੀ ਸੀ ਵੀ ਕੌਰ ਸਿੰਘ ਆਇਆ। ਇਸ ਗੱਲ ਦਾ ਭਾਈ ਵੀਰ ਸਿੰਘ ਜੀ ਕਹਿੰਦੇ, ਉਹ ਲਿਖਦੇ ਵੀ ਨੇ ਵੀ ਮੈਨੂੰ ਸਾਰੀ ਜ਼ਿੰਦਗੀ ਇਸ ਗੱਲ ਦਾ ਪਛਤਾਵਾ ਰਿਹਾ ਕਿ ਅਕਾਲੀ ਜੀ ਮੇਰੇ ਦਰਵਾਜ਼ੇ ਤੋਂ ਵਾਪਸ ਪਰਤ ਗਏ। ਖਾਲਸਾ ਜੀ, ਗੁਰੂ ਕਾ ਸਿੱਖ ਗੁਰੂ ਕੇ ਸਿੱਖ ਦਾ ਅਦਬ ਕਰੇ, ਗੁਰੂ ਕਾ ਸਿੱਖ ਗੁਰੂ ਕੇ ਸਿੱਖ ਦਾ ਸਤਿਕਾਰ ਕਰੇ, ਗੁਰੂ ਤੋਂ ਲਿਜਾਣ ਕੇ। ਹਾਂਜੀ, ਧਰਮ ਕ੍ਰਿਤ ਕਰ ਜਗਤ ਮੈਂ ਖਾਵੇ ਵੰਡ ਸਦੀਵ। ਧਰਮ ਦੀ ਕਿਰਤ ਕਰਕੇ ਇਸ ਜਗਤ ਵਿੱਚ ਵੰਡ ਕੇ ਛਕਣ ਦੀ ਬਿਰਤੀ ਰੱਖੇ। ਵੰਡ ਖਾਵੇ, ਖਾਵਹਿ ਵੰਡ ਸਦੀਵ, ਵੰਡ ਕੇ ਖਾਣ ਦੀ ਸਦੀਵ ਬਿਰਤੀ ਰੱਖੇ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਗੁਰੂ ਸਿੱਖਾਂ ਤੇ ਵੰਡ ਕੇ ਛਕਣ ਦੀ। ਗੁਰੂ ਘਰਾਂ ਵਿੱਚ ਜਿੱਥੇ ਗੁਰਸਿੱਖ ਲੰਗਰ ਛਕਦੇ, ਗੁਰੂ ਕੇ ਸਿੱਖਾਂ ਤੋਂ ਵੱਧ ਗਿਣਤੀ ਵਿੱਚ ਅਹੋਰਾਨ ਮਤਾਂ ਦੇ ਲੋਕ ਆ ਕੇ ਗੁਰੂ ਕਾ ਲੰਗਰ ਛਕਦੇ। ਇਹ ਵੰਡ ਛਕਣ ਦੀ ਬਿਰਤੀ ਗੁਰੂ ਕੇ ਸਿੱਖਾਂ ਪਾਸ ਹੈ। ਪੂਰੇ ਵਿਸ਼ਵ ਭਰ ਵਿੱਚ ਕਿਤੇ ਤਰਾਸਦੀ ਆ ਜਾਏ, ਕਿਸੇ ਪ੍ਰਕਾਰ ਦਾ ਹੜ੍ਹ ਆ ਜਾਏ, ਕੋਈ ਕੁਦਰਤੀ ਆਫਤ ਆ ਜਾਏ, ਕਿਤੇ ਜੰਗ ਲੱਗ ਜਾਏ, ਗੁਰੂ ਕੇ ਸਿੱਖਾਂ ਨੂੰ ਪਾਤਸ਼ਾਹ ਨੇ ਵੰਡ ਛਕਣ ਦੀ ਇਹੋ ਜਿਹੀ ਬਿਰਤੀ ਦਿੱਤੀ, ਉੱਥੇ ਗੁਰੂ ਕਾ ਲੰਗਰ ਲੈ ਕੇ ਪਹੁੰਚ ਜਾਂਦੇ। ਔਰ ਵੰਡ ਛਕਣ ਦੀ ਬਿਰਤੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਖਸ਼ਦੇ ਹਨ। ਚੌਪਈ ਅਸ ਉਪਦੇਸ਼ ਗੁਰੂ ਕੋ ਸੁਨ ਕੇ। ਇਹ ਪਵਿੱਤਰ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਣ ਕੇ ਮੰਨਿਓ ਮਨ ਕੀਨੋ ਸ਼ੁਭ ਗੁਣ ਕੈ। ਇਹਨਾਂ ਦੋਨਾਂ ਗੁਰਸਿੱਖਾਂ ਨੇ, ਭਾਈ ਭਗਤਾ ਔਰੀ ਜੀ ਔਰ ਭਾਈ ਜਾਪੂ ਬੰਸੀ ਜੀ ਨੇ ਸੁਣ ਕੇ ਮੰਨ ਕੇ ਇਸ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਇਆ। ਬਰਤਨ ਲਗੇ ਜਗਤ ਮੈਂ ਐਸੇ। ਸਤਿਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰ ਉਸੇ ਤਰ੍ਹਾਂ ਵਰਤਣ ਲੱਗੇ। ਕੇਵਲ ਹੋਵੇ ਪ੍ਰਾਪਤ ਜੈਸੇ। ਇਹਦੇ ਨਾਲ ਕੇਵਲ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇ। ਸ਼ੀਹਾਂ ਗੱਜਣ ਦੋਨੋਂ ਭਾਈ। ਖਾਲਸਾ ਜੀ, ਇਹ ਦੋ ਗੁਰੂ ਕੇ ਸਿੱਖ ਹੋਏ ਨੇ। ਇੱਕ ਦਾ ਨਾਮ ਸੀ ਭਾਈ ਸਿੰਘਾਂ ਜੀ ਤੇ ਦੂਜੇ ਸਨ ਭਾਈ ਗੱਜਣ ਜੀ। ਦੋਵੇਂ ਬੜੇ ਭਰਾ ਨੇ, ਦੋਵੇਂ ਸੱਕੇ ਤੇ ਦੋਵੇਂ ਗੁਰੂ ਦੇ ਪਿਆਰ ਵਾਲੇ ਸਿੱਖ ਨੇ। ਸੋ ਆਏ ਸਤਿਗੁਰ ਸ਼ਰਣਾਈ। ਭਾਈ ਸਿੰਘਾਂ ਤੇ ਭਾਈ ਗੱਜਣ ਇਹ ਦੋਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਆਏ। ਦਰਸ਼ਨ ਦੇਖਿਓ ਸ਼੍ਰੀ ਸੁਖ ਕੰਦਾ। ਸੁੱਖਾਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਆ ਕੇ ਦੋਨਾਂ ਨੇ ਕੀਤੇ। ਕਰੀ ਬੰਦਨਾ ਪਦ ਅਰਬਿੰਦਾ। ਬੜੇ ਪਿਆਰ ਨਾਲ ਗੁਰੂ ਪਾਤਸ਼ਾਹ ਦੇ ਸੋਹਣਿਆਂ ਜਿਹਾ ਚਰਨਾਂ ਕਵਲਾਂ ਤੇ ਇਹਨਾਂ ਨੇ ਬੰਦਨਾ ਕੀਤੀ। ਦੋਹਰਾ ਕਰ ਜੋਰੇ ਠਾਂਡੇ ਪਏ ਅਸ ਕੀਨੀ ਅਰਦਾਸ। ਭਾਈ ਸਿੰਘਾਂ ਤੇ ਭਾਈ ਗੱਜਣ ਦੋਨਾਂ ਨੇ ਹੱਥ ਜੋੜ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ। ਚਤਰ ਪਦਾਰਥ ਦਿਓ ਪ੍ਰਭ ਜਨਮ ਮਰਨ ਕਟ ਫਾਂਸ। ਕਹਿਣ ਲੱਗੇ, ਮਹਾਰਾਜ ਜੀ ਸਾਨੂੰ ਚਾਰੇ ਪਦਾਰਥ ਬਖਸ਼ੋ, ਧਰਮ ਅਰਥ ਕਾਮ ਮੋਖ ਕਾ ਦਾਤਾ। ਮਹਾਰਾਜ ਜੀ ਤੁਸੀਂ ਚਾਰੇ ਪਦਾਰਥਾਂ ਦੇ ਦਾਤੇ ਹੋ, ਸਾਨੂੰ ਚਾਰੇ ਹੀ ਬਖਸ਼ੋ, ਨਾਲੇ ਸਾਡਾ ਜਨਮ ਮਰਨ ਕੱਟ ਦੇਵੋ। ਜੋ ਪਈ ਤੁਮਰੇ ਸਰਸ ਨ ਅਪਰੇ ਉਦਾਰਾ। ਮਹਾਰਾਜ ਜੀ ਤੁਹਾਡੇ ਬਰਾਬਰ, ਤੁਹਾਡੇ ਵਰਗਾ ਕੋਈ ਦੂਜਾ ਨਹੀਂ ਹੈ। ਸਰਸ ਦਾ ਮਤਲਬ ਹੁੰਦਾ ਬਰਾਬਰ। ਮਹਾਰਾਜ ਜੀ ਤੁਹਾਡੇ ਬਰੋਬਰ ਕੋਈ ਦੂਜਾ ਨਹੀਂ। ਜੋ ਜਾਚੇ ਸੋ ਦਿਓ ਦਾਤਾਰਾ। ਪਾਤਸ਼ਾਹ ਤੁਹਾਡੇ ਚਰਨਾਂ 'ਚੋਂ ਜੋ ਮੰਗੀਏ ਤੁਸੀਂ ਦਾਤੇ ਬਣ ਕੇ ਉਹੀ ਕੁਝ ਬਖਸ਼ ਦਿਓ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਹਾਰਾਜ ਜੀ ਤੁਹਾਡੇ ਚਰਨਾਂ 'ਚੋਂ ਜੋ ਮੰਗੀਏ ਉਹ ਪ੍ਰਾਪਤ ਹੁੰਦਾ ਹੈ। ਆਸਾ ਤਰ ਅਰਦਾਸ ਬਖਾਨੀ। ਮਹਾਰਾਜ ਜੀ ਅਸੀਂ ਮਨ ਵਿੱਚ ਆਸਾ ਰੱਖ ਕੇ
ਤੁਹਾਡੇ ਚਰਨਾਂ 'ਚ ਅਰਦਾਸ ਕੀਤੀ ਹੈ। ਪੂਰਨ ਕੀਜੇ ਸ਼੍ਰੀ ਗੁਣ ਖਾਨੀ। हे ਗੁਣਾਂ ਦੀ ਖਾਨ ਗਰੀਬ ਨਵਾਜ ਜੀ, ਕਿਰਪਾ ਕਰਕੇ ਸਾਡੀ ਅਰਦਾਸ ਪ੍ਰਵਾਨ ਕਰਕੇ ਪੂਰਨ ਕਰੋ। ਸੁਨ ਕੈ ਸ਼੍ਰੀ ਗੁਰ ਗਿਰਾ ਅਲਾਈ। ਜਦੋਂ ਭਾਈ ਸਿੰਘੇ ਤੇ ਭਾਈ ਗੱਜਣ ਦੋਨਾਂ ਨੇ ਅਰਦਾਸ ਕੀਤੀ, ਸੁਣ ਕੇ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ, ਲੋਚਨ ਕੋਰਨ ਕਰੁਣਾ ਛਾਈ। ਮਹਾਰਾਜ ਜੀ ਦੇ ਨੇਤਰਾਂ ਵਿੱਚ ਕਰੁਣਾ ਰਸ ਹੈ। ਪਾਤਸ਼ਾਹ ਦੇ ਨੇਤਰਾਂ 'ਚ ਸਦਾ ਹੀ ਕਰੁਣਾ ਵਰਤਦੀ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਕਿਰਪਾ ਕਟਾਖ, ਗੁਰਦੇਵ ਦੇ ਨੇਤਰਾਂ 'ਚ ਕਿਰਪਾ ਹੈ ਤੇ ਕਿਰਪਾ ਭਰੇ ਰਸੀਲੇ ਨੇਤਰਾਂ ਨਾਲ ਦੋਨਾਂ ਗੁਰਸਿੱਖਾਂ ਵੱਲ ਸਤਿਗੁਰੂ ਜੀ ਨੇ ਵੇਖਿਆ। ਸਿਮਰੋ ਵਾਹਿਗੁਰੂ ਲਿਵ ਲਾਈ। ਇਹਨਾਂ ਆਖਿਆ ਸੀ ਜੀ ਚਾਰੇ ਪਦਾਰਥ ਬਖਸ਼ੋ ਸਾਨੂੰ, ਤੇ ਮਹਾਰਾਜ ਜੀ ਚਾਰੇ ਪਦਾਰਥ ਪ੍ਰਾਪਤ ਕਰਨ ਦੀ ਜੁਗਤ ਦੱਸਦੇ ਨੇ ਵੀ ਚਾਰੇ ਹੀ ਮਿਲ ਜਾਣਗੇ। ਉਹਦੇ ਲਈ ਕਰਨਾ ਕੀ ਹੈ? ਮਹਾਰਾਜ ਜੀ ਕਹਿੰਦੇ ਆ, ਸਿਮਰੋ ਵਾਹਿਗੁਰੂ ਲਿਵ ਲਾਈ। ਲਿਵ ਲਾ ਕੇ ਪਰਮੇਸ਼ਰ ਦੇ ਚਰਨਾਂ ਨਾਲ ਸਿਮਰਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਨਾਮ ਲਿਵ ਲਾ ਕੇ ਸਿਮਰਿਆ ਕਰੋ। ਤੇ ਪਦਾਰਥ ਸੋ ਤੁਮ ਤਾਈ। ਇਸ ਨਾਮ ਨੂੰ ਜਦੋਂ ਸਿਮਰੋਗੇ ਤੇ ਇਸ ਨਾਮ ਦੇ ਸਿਮਰਨ ਦੁਆਰਾ ਤੁਹਾਨੂੰ ਚਾਰੇ ਹੀ ਪਦਾਰਥ ਪ੍ਰਾਪਤ ਹੋ ਜਾਣਗੇ। ਇਹਦੇ ਵਿੱਚ ਹੀ ਨੇ ਚਾਰੇ ਪਦਾਰਥ। ਇਹ ਚਾਰ ਅੱਖਰ ਨੇ, ਚੌਂ ਅੱਖਰਾਂ ਵਿੱਚ ਚਾਰੇ ਹੀ ਪਦਾਰਥ ਨੇ। ਧਰਮ ਵੀ ਹੈ, ਅਰਥ ਵੀ ਹੈ, ਕਾਮ ਵੀ ਹੈ ਤੇ ਮੋਕਸ਼ ਵੀ ਹੈ। ਇਸ ਕਰਕੇ ਨਾਮ ਜਪਿਆ ਕਰੋ, ਲਿਵ ਲਾ ਕੇ ਸੁਰਤ ਨੂੰ ਇਕਾਗਰ ਕਰਕੇ ਧਿਆਇਆ ਕਰੋ। ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਹਰੀ ਨਾਮ ਵਿੱਚ ਚਾਰੀ ਪਦਾਰਥ ਹਨ। ਕਹੇ ਸੋਇਆਂ ਕੋ ਅਰਥ ਬਤਾਵੋ। ਹੁਣ ਇਹਨਾਂ ਬੇਨਤੀ ਕੀਤੀ, ਮਹਾਰਾਜ ਜੀ ਵਾਹਿਗੁਰੂ ਸ਼ਬਦ ਦੇ ਕਿਰਪਾ ਕਰਕੇ ਸਾਨੂੰ ਅਰਥ ਦੱਸੋ। ਖਾਲਸਾ ਜੀ ਵਾਹਿਗੁਰੂ ਸ਼ਬਦ ਦੇ ਬੇਅੰਤ ਅਰਥ ਮਹਾਂਪੁਰਸ਼ਾਂ ਨੇ ਕੀਤੇ। ਬੇਨਤੀ ਇੱਕ ਮਹਾਤਮਾ ਹੋਏ, ਉਹਨਾਂ ਨੇ 500 ਤੋਂ ਵੱਧ ਅਰਥ ਕੀਤੇ ਆ ਵਾਹਿਗੁਰੂ ਸ਼ਬਦ ਦੇ। ਉਦਾਸੀ ਸੰਤ ਸਨ। ਇੱਕ ਅਰਥ ਦੂਜੇ ਨਾਲ ਨਹੀਂ ਮਿਲਦਾ, ਪਰ ਇੱਥੇ ਮੁੱਖ ਰੂਪ ਵਿੱਚ ਅਰਥ ਆ ਰਹੇ ਨੇ ਵਾਹਿਗੁਰੂ ਸ਼ਬਦ ਦੇ, ਜਿਹੜੇ ਸਾਨੂੰ ਚੇਤੇ ਰਹਿਣ। ਸਿੱਖਾਂ ਬੇਨਤੀ ਕੀਤੀ। ਇਹ ਭਾਈ ਮਨੀ ਸਿੰਘ ਜੀ ਖਾਲਸਾ ਜੀ ਜਿਨ੍ਹਾਂ ਬੰਦ ਕਟਾਏ ਆ ਨਾ, ਗੁਰੂ ਘਰ ਦੇ ਮਹਾਨ ਸਿੱਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ, ਮੁੱਖ ਗ੍ਰੰਥੀ ਔਰ ਮਹਾਨ ਗੁਰੂ ਘਰ ਦੇ ਸਾਹਿਤਕਾਰ ਤੇ ਲਿਖਾਰੀ ਭਾਈ ਮਨੀ ਸਿੰਘ ਜੀ ਨੇ ਬਚਨ ਲਿਖੇ ਆ, ਜਿਹੜੇ ਭਾਈ ਸੰਤੋਖ ਸਿੰਘ ਜੀ ਇੱਥੇ ਨਾਨਕ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਇਹ ਬਚਨ ਭਾਈ ਮਨੀ ਸਿੰਘ ਜੀ ਦੇ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਜੀ ਭਾਈ ਸਿੰਘੇ ਤੇ ਗੱਜਣ ਨੇ, ਕਿ ਵਾਹਿਗੁਰੂ ਸ਼ਬਦ ਦੇ ਜਿਹੜੇ ਅਰਥ ਨੇ ਉਹ ਸਾਨੂੰ ਕਿਰਪਾ ਕਰਕੇ ਦੱਸੋ। ਦੇ ਉਪਦੇਸ਼ ਭਲੇ ਸਮਝਾਵੋ। ਸਾਨੂੰ ਉਪਦੇਸ਼ ਦੇ ਕੇ ਭਲੀ ਪ੍ਰਕਾਰ ਨਾਲ ਸਮਝਾਵੋ। ਤਬ ਸ਼੍ਰੀ ਨਾਨਕ ਅਰਥ ਬਖਾਨਾ। ਉਸ ਵਕਤ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਦੇ ਅਰਥ ਕੀਤੇ। ਜੇ ਸਿਮਰੈ ਸੇ ਨਰ ਮਤਵਾਨਾ। ਜਿਹੜੇ ਮਾਈ ਭਾਈ ਸਿਮਰਦੇ ਨੇ ਇਸ ਨਾਮ ਨੂੰ, ਉਹ ਮਤਵਾਨ ਹੋ ਜਾਂਦੇ, ਸੋਝੀ ਵਾਲੇ ਹੋ ਜਾਂਦੇ ਨੇ। ਦੋਹਰਾ
ਵਾਸਦੇਵ ਵਾਵਾ ਵਰਨ ਹਾ ਹਰ ਤੇ ਲੀਨ। ਖਾਲਸਾ ਜੀ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵਾਹਿਗੁਰੂ ਸ਼ਬਦ ਦੀ ਵਿਆਖਿਆ ਇਸੇ ਤਰ੍ਹਾਂ ਕੀਤੀ, ਤੇ ਜਿਹੜੀ ਭਾਈ ਗੁਰਦਾਸ ਸਾਹਿਬ ਨੇ ਵਿਆਖਿਆ ਕੀਤੀ ਉਹ ਮਹਾਂਕਵੀ ਜੀ ਇੱਥੇ ਕਰ ਰਹੇ। ਖਾਲਸਾ ਜੀ, ਵਾਸਦੇਵ ਸ਼ਬਦ ਕਿਸੇ ਅਵਤਾਰ ਦਾ ਨਾਂ ਨਹੀਂ ਹੈ। ਵਾਸਦੇਵ ਦਾ ਮਤਲਬ ਜਿਹੜਾ ਸਾਰਿਆਂ ਵਿੱਚ ਵਸਦਾ ਤੇ ਸਭ ਨੂੰ ਪ੍ਰਕਾਸ਼ਣੇ ਵਾਲਾ ਨੂੰ ਕਹਿੰਦੇ ਨੇ ਵਾਸਦੇਵ। ਵਾਸਦੇਵ ਤੋਂ ਵਾਵਾ ਅੱਖਰ ਆਇਆ। ਇਸੇ ਤਰ੍ਹਾਂ ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਵੇਰੀ ਆਇਆ ਹੈ। ਵਾਸਦੇਵ ਸਰਬੱਤਰ ਮੈਂ, ਗੁਰੂ ਗ੍ਰੰਥ ਸਾਹਿਬ ਵਿੱਚ ਵਾਸਦੇਵ ਸ਼ਬਦ ਵੀ ਆਉਂਦਾ ਹੈ। ਇਸ ਕਰਕੇ ਕਿਸੇ ਅਵਤਾਰ ਨਾਲ ਨਹੀਂ ਜੋੜ ਰਹੇ। ਇਹ ਅਕਾਲ ਪੁਰਖ ਦੇ ਵਾਚਕ ਨਾਮ ਨੇ, ਪਰਮੇਸ਼ਰ ਦੇ ਹੀ ਨਾਮ ਨੇ। ਵਾਸਦੇਵ ਵੀ ਪਰਮੇਸ਼ਰ ਦਾ ਨਾਮ ਹੈ, ਹਰੀ ਵੀ ਪਰਮੇਸ਼ਰ ਦਾ ਨਾਮ ਹੈ। ਹਰ ਤੋਂ ਹਾਹਾ ਅੱਖਰ ਹੈ। ਗੱਗਾ ਗੋਬਿੰਦ ਤੇ ਲਿਓ ਰਾਰਾ ਰਾਮ ਪ੍ਰਬੀਨ। ਗੱਗਾ ਅੱਖਰ ਗੋਬਿੰਦ ਤੋਂ ਪਰਮੇਸ਼ਰ ਦਾ ਨਾਮ ਹੈ। ਗੋਬਿੰਦ ਹਰੇ ਗੋਬਿੰਦ ਹਰੇ, ਪਰਮੇਸ਼ਰ ਨੂੰ ਗੋਬਿੰਦ ਰੂਪ ਵੀ ਅਰਾਧਿਆ ਨਾ। ਗੁਣ ਗੋਬਿੰਦ ਗਾਇਓ ਨਹੀਂ, ਪਰਮੇਸ਼ਰ ਨੂੰ ਗੋਬਿੰਦ ਕਿਹਾ। ਤੋ ਗੋਬਿੰਦ ਤੋਂ ਗੱਗਾ। ਰਾਮ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਜੀ ਦਾ ਵਾਚਕ ਨਹੀਂ ਹੈ। ਰਾਮ ਦਾ ਮਤਲਬ ਜੋ ਸਰਬੱਤਰ ਵਿੱਚ ਰਮਿਆ ਹੋਇਆ। ਘਟ ਘਟ ਮੈਂ ਹਰਜੂ ਜਿਹੜਾ ਵਸਿਆ ਹੋਇਆ। ਸਭੈ ਘਟ ਰਾਮ ਬੋਲੇ, ਉਸ ਰਾਮ ਦੀ ਗੱਲ ਹੋ ਰਹੀ। ਉਹਦੇ ਤੋਂ ਰਾਰਾ ਅੱਖਰ ਲਿਆ। ਚੌਪਈ ਏਕ ਨਾਮ ਤੇ ਚਤਰ ਸੁਜਾਪੂ। ਕਹਿੰਦੇ ਵਾਹਿਗੁਰੂ ਬਣਿਆ। ਕਹਿੰਦੇ ਹੁਣ ਜਦੋਂ ਤੁਸੀਂ ਇੱਕ ਵਾਰੀ ਕਹੋਗੇ ਨਾ ਵਾਹਿਗੁਰੂ, ਤੇ ਵਾਹਿਗੁਰੂ ਕਹਿਣ ਨਾਲ 4 ਮੰਤਰਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ। ਪਰਮੇਸ਼ਰ ਦੇ 4 ਨਾਮ ਇੱਕੋ ਵੇਰੀ ਵਾਹਿਗੁਰੂ ਕਹਿਣ ਨਾਲ ਪੂਰੇ ਹੋ ਜਾਂਦੇ ਆ। ਇੱਕ ਵਾਰੀ ਵਾਹਿਗੁਰੂ ਕਹੀਏ ਤੇ 4 ਨਾਮ ਕਹੇ ਗਏ। ਹਾਂਜੀ, ਜਾਂ ਤੇ ਹੈ ਇਹ ਅਧਿਕ ਪ੍ਰਤਾਪੋ। ਇਸ ਕਰਕੇ ਵਾਹਿਗੁਰੂ ਨਾਮ ਸੰਸਾਰ ਵਿੱਚ ਸਰਬ ਨਾਮਾਂ ਤੋਂ, ਜਿੰਨੇ ਪਰਮੇਸ਼ਰ ਦੇ ਨਾਮ ਨੇ ਉਹਨਾਂ ਸਰਬ ਨਾਮਾਂ ਤੋਂ ਸਭ ਤੋਂ ਅਧਿਕ ਪ੍ਰਤਾਪ ਵਾਲਾ ਹੈ। ਮਹਾਂਪੁਰਸ਼ ਇਉਂ ਕਹਿੰਦੇ ਕਿ ਅਕਾਲ ਪੁਰਖ ਪਰਮੇਸ਼ਰ ਨੇ 4 ਅੱਖਰ ਪ੍ਰਗਟ ਕੀਤੇ। ਪਰਮੇਸ਼ਰ ਨੇ 9 ਯੁੱਗ ਬੀਤੇ ਤੇ 9 ਯੁੱਗ ਦੀ ਸਮਾਧੀ ਤੋਂ ਬਾਅਦ ਪਰਮੇਸ਼ਰ ਨੇ ਇੱਕ ਅੱਖਰ ਉਚਾਰਨ ਕੀਤਾ ਵਾਵਾ। ਫਿਰ 9 ਯੁੱਗ ਬੀਤੇ ਤੇ ਪਰਮੇਸ਼ਰ ਨੇ ਦੂਸਰਾ ਅੱਖਰ ਉਚਾਰਨ ਕੀਤਾ ਹਾਹਾ। ਫਿਰ 9 ਯੁੱਗ ਬੀਤੇ, ਲੰਮੀ ਸਾਧਨਾ ਤੋਂ ਬਾਅਦ ਤੀਸਰਾ ਅੱਖਰ ਉਚਾਰਨ ਕੀਤਾ ਗੱਗਾ। ਫਿਰ 9 ਯੁੱਗ ਬੀਤੇ ਤੇ ਲੰਮੀ ਧਿਆਨ ਸਮਾਧੀ ਤੋਂ ਬਾਅਦ ਚੌਥਾ ਅੱਖਰ ਉਚਾਰਨ ਹੋਇਆ ਰਾਰਾ। 36 ਯੁੱਗ ਬੀਤ ਗਏ ਤੇ 36 ਯੁੱਗ ਅੰਧਕਾਰ ਹੀ ਵਰਤਿਆ ਰਿਹਾ। ਅਰਬਦ ਨਰਬਦ ਧੁੰਦੂਕਾਰਾ, ਅੰਧਕਾਰ ਹੀ ਵਰਤਿਆ ਰਿਹਾ। ਤੇ 36 ਯੁੱਗਾਂ ਬਾਅਦ ਜਦੋਂ ਇਹਨਾਂ 4 ਅੱਖਰਾਂ ਨੂੰ ਇਕੱਠਿਆਂ ਕਰਕੇ ਪਰਮੇਸ਼ਰ ਨੇ ਕਿਹਾ ਵਾਹਿਗੁਰੂ, ਤੇ 36 ਯੁੱਗ ਦਾ ਅੰਧਕਾਰ ਨਿਵਰਤ ਹੋ ਕੇ ਪ੍ਰਕਾਸ਼ ਦੇ ਰੂਪ 'ਚ ਤਬਦੀਲ ਹੋ ਗਿਆ। ਸਤਿ ਸ੍ਰੀ ਅਕਾਲ। ਇਹ ਐਸਾ ਅਦਕ ਪ੍ਰਤਾਪ ਵਾਲਾ ਪਰਮੇਸ਼ਰ ਦਾ ਅੰਮ੍ਰਿਤ ਨਾਮ। ਸਾਰੀ ਪਰਮੇਸ਼ਰ ਦੇ ਬਲਿਹਾਰ ਜਾਈਏ, ਪਰ ਵਾਹਿਗੁਰੂ ਨਾਮ ਸਤਿਗੁਰੂ ਜੀ ਨੇ ਗੁਪਤ ਨਾਮ ਪ੍ਰਗਾਜਾ। ਇਹ ਨਾਮ ਗੁਪਤ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕਰਕੇ ਆਪਣੇ ਸਿੱਖਾਂ ਨੂੰ ਬਖਸ਼ਿਆ। ਕਹਿ ਰਹੇ ਨੇ ਭਾਈ ਸਿੰਘੇ ਤੇ ਭਾਈ ਗੱਜਣ ਨੂੰ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਸ਼ਬਦ ਦਾ ਇਸ ਕਰਕੇ ਵੱਡਾ ਤੇ ਅਦਕ ਪ੍ਰਤਾਪ ਹੈ। ਦੂਸਰ ਅਰਥ ਔਰ ਸੁਨ ਲੀਜੈ। ਇਹਦਾ ਦੂਸਰਾ ਅਰਥ ਇੱਕ ਹੋਰ ਸੁਣੋ ਧਿਆਨ ਨਾਲ। ਜਾਪ ਕਰੇ ਸਭ ਸੰਕਟ ਛੀਜੈ। ਇਹਦਾ ਜਾਪ ਕੀਤਿਆਂ ਸਾਰੇ ਸੰਕਟ ਛਿਜ ਜਾਂਦੇ ਨੇ, ਸਾਰੇ ਸੰਕਟ ਦੂਰ ਹੋ ਜਾਂਦੇ ਨੇ। ਵਾਹੇ ਨਾਮ ਅਚਰਜ ਪਹਿਚਾਨੋ। ਮਹਾਰਾਜ ਜੀ ਕਹਿੰਦੇ ਜਿਹੜਾ ਵਾਹੇ ਨਾਮ ਹੈ, ਵਾਹੇ ਦਾ ਮਤਲਬ ਹੁੰਦਾ ਅਸਚਰਜ, ਵਿਸਮਾਦ, ਅਸਚਰਜ। ਜਦੋਂ ਕਹਿੰਦੇ ਨਾ ਅਦਭੁਤ ਰਸ ਜਿਹੜਾ ਹੁੰਦਾ ਨਾ, ਅਦਭੁਤ ਵਿੱਚ ਉਦੋਂ ਆਪਾਂ ਇੱਕੋ ਸ਼ਬਦ ਕਹਿੰਦੇ ਆ ਵਾਹ, ਹੋਰ ਸ਼ਬਦ ਨਹੀਂ ਕੋਈ ਆਉਂਦਾ। ਕੋਈ ਅਦਭੁਤ ਚੀਜ਼ ਵੇਖ ਲਈਏ
ਜਦੋਂ ਵੇਖਣ ਤੋਂ ਬਾਅਦ ਕੋਈ ਹੋਰ ਸ਼ਬਦ ਨਾ ਉੜੇ ਤੇ ਆਪਣੇ ਮੂੰਹੋਂ ਕੀ ਨਿਕਲਦਾ? ਵਾਹ ਵਾਹ। ਵਾਹੇ ਦਾ ਮਤਲਬ ਹੁੰਦਾ ਅਸਚਰਜ, ਪਰਮਾਤਮਾ ਅਸਚਰਜ ਹੈ। ਇੱਕ ਜਗ੍ਹਾ ਤੇ ਭਾਈ ਗੁਰਦਾਸ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਜੋ ਅਸਚਰਜ ਮਹਾ ਬਿਸਮਾਵਤ, ਜੋ ਅਸਚਰਜ ਮਹਾ ਬਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਜੋ ਅਸਚਰਜ ਮਹਾ ਬਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਜਿਹੜਾ ਅਸਚਰਜ ਰੂਪ ਹੈ, ਜਿਹੜਾ ਵਿਸਮਾਦ ਸਵਰੂਪ ਹੈ, ਉਹਨੂੰ ਕਹੋ ਵਾਹਿਗੁਰੂ। ਤੂੰ ਅਚਰਜ, ਕੁਦਰਤ ਤੇਰੀ ਬਿਸਮਾ। हे ਪ੍ਰਭੂ ਤੂੰ ਅਸਚਰਜ ਹੈ ਔਰ ਤੇਰੀ ਕੁਦਰਤ ਵਿਸਮਾਦ ਰੂਪ ਹੈ। ਜਦੋਂ ਕੋਈ ਵਿਸਮਾਦ 'ਚ ਚਲਾ ਜਾਂਦਾ ਹੈ ਤੇ ਫਿਰ ਉਹ ਕਹਿੰਦਾ ਵਾਹੇ। ਮਹਾਰਾਜ ਜੀ ਕਹਿੰਦੇ ਵਾਹੇ ਦਾ ਮਤਲਬ ਹੈ ਅਸਚਰਜ, ਹੈਰਾਨ ਕਰ ਦੇਣ ਵਾਲਾ ਵਿਸਮਾਦ। ਜੈ ਕੀ ਸਤਿਆ ਜਗ ਪ੍ਰਗਟਾਨੋ। ਜਿਸ ਕਿਉਂ ਅਸਚਰਜ ਹੈ? ਉਹਦੀ ਸੱਤਾ ਨਾਲ ਸਾਰਾ ਜਗਤ ਪੈਦਾ ਹੋਇਆ, ਉਹਦੀ ਸੱਤਾ ਨਾਲ ਸਾਰਾ ਸੰਸਾਰ, ਸਾਰਾ ਜਗਤ ਉਤਪੰਨ ਹੋਇਆ ਹੈ। ਜੈ ਸਤਿਆ ਕਰ ਲਖਿਅਤ ਭਵ ਹੈ। ਜਿਹਦੀ ਸੱਤਿਆ ਕਰਕੇ ਸਾਰਾ ਸੰਸਾਰ ਜਾਣਿਆ ਜਾਂਦਾ। ਜੇ ਉਹਦੀ ਸੱਤਾ ਨਾ ਹੋਵੇ ਸਾਡੇ 'ਚ, ਅਸੀਂ ਜਾਣ ਸਕਦੇ ਹਾਂ ਸਭ ਨੂੰ? ਨਹੀਂ ਜਾਣ ਸਕਦੇ। ਮੁਰਦਾ ਤਾਂ ਨਹੀਂ ਜਾਣਦਾ, ਉਹਦੇ ਕੋਲ ਜਿਹੜਾ ਮਰਜ਼ੀ ਖਲੋਤਾ ਹੋਵੇ। ਜਿਸ ਦੀ ਸੱਤਿਆ ਕਰਕੇ ਅਸੀਂ ਸਾਰਿਆਂ ਨੂੰ ਜਾਣਦੇ ਹਾਂ। ਸੋਨੇ ਲਖੀ ਜਾਏ ਅਨੁਭਵ ਹੈ। ਕਹਿੰਦੇ ਉਹ ਲਖੀ ਨਹੀਂ ਜਾਂਦੇ, ਉਹ ਕੇਵਲ ਅਨੁਭਵ ਵਿੱਚ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਹਰੋਂ ਉਸ ਸੱਤਿਆ ਨੂੰ ਨਹੀਂ ਅਸੀਂ ਜਾਣ ਸਕਦੇ। ਹਾਂ, ਅਨੁਭਵ ਵਿੱਚ ਜ਼ਰੂਰ ਆਉਂਦਾ। ਜਦੋਂ ਤੁਸੀਂ ਚਿੰਤਨ 'ਚ ਬੈਠਦੇ ਹੋ, ਜਿਹਨੂੰ ਆਪਾਂ ਸਾਧਨਾ ਕਹਿੰਦੇ ਆ, ਜਿਹਨੂੰ ਆਪਾਂ ਅਭਿਆਸ ਕਹਿੰਦੇ ਆ, ਜਦੋਂ ਨਾਮ ਅਭਿਆਸ 'ਚ ਬਹਿੰਦੇ ਹੋ ਫਿਰ ਉਹਦਾ ਅਨੁਭਵ ਹੁੰਦਾ, ਉਹਦੀ ਸੱਤਿਆ ਦਾ। ਉਦਾਂ ਨਹੀਂ ਹੁੰਦਾ, ਉਦਾਂ ਨਹੀਂ ਅਸੀਂ ਜਾਣ ਸਕਦੇ। ਹਾਂਜੀ। ਦੋਹਰਾ ਜਾਂ ਤੇ ਸੋ ਅਚਰਜ ਪਿਓ, ਗੁਰੂ ਅਰਥ ਸੁਨ ਕਾਨ। ਕਹਿੰਦੇ ਇਸ ਕਰਕੇ ਉਹ ਅਸਚਰਜ ਹੈ। ਹੁਣ ਗੁਰੂ ਸ਼ਬਦ ਦੇ ਅਰਥ ਸੁਣੋ। ਵਾਹੇ ਦੇ ਕਰ ਦਿੱਤੇ ਨੇ ਅਰਥ, ਹੁਣ ਗੁਰੂ ਦੇ ਅਰਥ ਸੁਣੋ। ਅੰਧਕਾਰ ਗੋ ਨਾਮ ਹੈ, ਰੂਪ ਪ੍ਰਕਾਸ਼ ਪਹਿਚਾਨ। ਕਹਿੰਦੇ ਗੋ ਨਾਮ ਹੈ ਹਨੇਰੇ ਦਾ ਤੇ ਰੂ ਨਾਮ ਹੈ ਪ੍ਰਕਾਸ਼ ਕਰਨੇ ਵਾਲੇ ਦਾ। ਜਿਹੜਾ ਹਨੇਰੇ ਨੂੰ ਨਿਰਵਿਰਤ ਕਰਕੇ ਪ੍ਰਕਾਸ਼ ਕਰ ਦੇਵੇ ਉਹਨੂੰ ਕਹਿੰਦੇ ਨੇ ਗੁਰੂ। ਗੋ ਨਾਮ ਹੈ ਹਨੇਰੇ ਦਾ, ਰੂ ਨਾਮ ਹੈ ਪ੍ਰਕਾਸ਼ ਦਾ। ਚੋਪਈ ਅੰਧਕਾਰ ਵਤ ਦੇ ਅਨਿਤਾ। ਅੰਧਕਾਰ ਕੀ ਹੈ? ਇਹ ਜਿਹੜੀ ਦੇਹ ਹੈ ਇਹ ਅੰਧਕਾਰ ਹੈ, ਇਹ ਅਨਿਤ ਹੈ, ਇਹ ਸਦਾ ਨਹੀਂ ਰਹਿਣ ਵਾਲੀ। ਤੈ ਪ੍ਰਕਾਸ਼ ਦੀਨੋ ਸੋ ਚਿੱਤਾ। ਇਸ ਦੇਹ ਨੂੰ ਪ੍ਰਕਾਸ਼ਣੇ ਵਾਲਾ ਕੌਣ ਹੈ? ਰੂ, ਉਹ ਚੇਤਨ ਸਵਰੂਪ ਪਰਮਾਤਮਾ ਹੈ। ਇਹ ਦੇਹ ਅਨਿਤ ਹੈ, ਇਹ ਅੰਧਕਾਰ ਹੈ। ਗੋ ਇਹਨੂੰ ਕਹਿ ਲੋ, ਸਰੀਰ ਨੂੰ। ਇਹਨੂੰ ਜਿਹੜਾ ਪ੍ਰਕਾਸ਼ ਰਿਹਾ, ਜਿਹਦੇ ਨਾਲ ਇਹ ਦੇਹ ਚੱਲ ਰਹੀ ਹੈ, ਉਹਨੂੰ ਕਹਿੰਦੇ ਨੇ ਰੂ, ਆਤਮਾ। ਹਾਂਜੀ। ਤਾਂ ਕੋ ਵਾਹਿਗੁਰੂ ਏਮ ਨਾਮ। ਇਹਦਾ ਉਹਦਾ ਨਾਮ ਹੈ ਇਹ ਵਾਹਿਗੁਰੂ। ਪਰਮੇਸ਼ਰ ਦਾ ਇਹ ਨਾਮ ਹੈ ਵਾਹਿਗੁਰੂ। ਜਪਵੈ ਚਤੁਰ ਪਦਾਰਥ ਧਾਮ। ਕਹਿੰਦੇ ਜਿਹੜਾ ਜਪਦਾ ਉਹਨੂੰ ਚਾਰੇ ਪਦਾਰਥ ਉਹਨੂੰ ਘਰ 'ਚ ਪ੍ਰਾਪਤ ਹੋ ਜਾਂਦੇ ਆ। ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਉਹਨੂੰ ਮਿਲ ਜਾਂਦੇ ਨੇ। ਪੂਜੇ ਪੁਨ ਜੇ ਵਾਹਿਗੁਰੂ ਗਾਵੇ। ਫਿਰ ਇਹ ਪੁੱਛਦੇ ਮਹਾਰਾਜ ਜੀ, ਜੇ ਵਾਹਿਗੁਰੂ ਨੂੰ ਗਾਉਂਦੇ ਨੇ ਜਿਹੜੇ, ਕਿਸ ਵਿਦ ਚਾਰ ਪਦਾਰਥ ਪਾਵੇ। ਉਹਨਾਂ ਨੂੰ ਚਾਰੇ ਪਦਾਰਥ ਕਿਵੇਂ ਮਿਲ ਜਾਂਦੇ ਨੇ? ਵਾਹਿਗੁਰੂ ਗਾ ਕੇ, ਵਾਹਿਗੁਰੂ ਧਿਆ ਕੇ। ਗੁਰੂ ਭਨਿਓ ਸਤ ਸੰਗਤ ਜਾਤੇ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਸਾਧ ਸੰਗਤ ਵਿੱਚ ਗੁਰਮੁਖ ਜਾਂਦੇ ਹਨ, ਡਗ ਡਗ ਅਸਵ ਮਕੋ ਹੈ ਫਲ ਤਾਂ ਤੇ। ਜਿਹੜਾ ਕੋਈ ਸੰਗਤ ਵਿੱਚ ਜਾਂਦਾ ਨਾ ਟੁਰ ਕੇ, ਤੇ ਇੱਕ ਇੱਕ ਪੈਰ ਤੇ ਮਹਾਂਪੁਰਸ਼ ਕਹਿੰਦੇ ਆ ਵੀ 100 ਯੱਗ ਦਾ ਫਲ ਪ੍ਰਾਪਤ ਹੁੰਦਾ। ਜਿਹੜੇ ਸੰਗਤ ਵਿੱਚ ਚੱਲ ਕੇ ਜਾਂਦੇ ਐ, ਇੱਕ ਇੱਕ ਪੈਰ ਤੇ ਉਹਨਾਂ ਨੂੰ 100 ਯੱਗ ਦਾ ਫਲ ਮਿਲਦਾ ਹੈ। ਦੋਹਰਾ ਜੈ ਤਨ ਕਾਰਨ ਜਤਨ ਜੋ ਕਰ ਹੈ ਲੋਕ ਅਪਾਰ। ਇਸ ਧਨ ਵਾਸਤੇ ਸਾਰੀ ਦੁਨੀਆ ਕਈ ਯਤਨ ਕਰਦੀ ਹੈ, ਕਈ ਉਪਾਅ ਕਰਦੀ ਹੈ। ਸੋ ਤਨ ਹਰ ਕੇ ਭਗਤ ਕੋ ਮਾਨਵ ਦੇ ਹਜ਼ਾਰ। ਕਹਿੰਦੇ ਨਾਮ ਜਪਣ ਵਾਲੇ ਮਹਾਂਪੁਰਸ਼ ਮਹਾਤਮਾ ਨੂੰ ਉਹ ਧਨ ਦੁਨੀਆ ਆਪੇ ਹੀ ਲਿਆ ਕੇ ਹਾਜ਼ਰ ਕਰੀ ਜਾਂਦੀ ਹੈ।
ਕਹਿੰਦੇ ਵੇਖੋ ਨਾਮ ਦਾ ਪ੍ਰਤਾਪ। ਜਿਸ ਧਨ ਲਈ ਦੁਨੀਆ ਯਤਨ ਕਰਦੀ ਹੈ, ਨਾਮ ਜਪਣ ਵਾਲੇ ਸਾਧੂ ਨੂੰ ਲੋਕ ਆਪ ਹੀ ਲਿਆ ਕੇ ਧਨ ਹਾਜ਼ਰ ਕਰ ਦਿੰਦੇ ਆ। ਇਹਦਾ ਮਤਲਬ ਨਾਮ ਸੰਸਾਰ ਦੇ ਸਮਸਤ ਧਨ ਦਾ ਮਾਲਕ ਹੈ। ਪਰਮੇਸ਼ਰ ਦਾ ਨਾਮ ਸਰਬ ਧਨਾਂ ਦਾ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਨੌ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ। ਜੋ ਪਈ ਬੰਧਨ ਕਰੇ ਦੇਹ ਤਨ ਆਈ। ਲੋਕ ਆਪ ਆ ਕੇ ਰੱਬ ਦੇ ਪਿਆਰਿਆਂ ਨੂੰ ਧਨ ਭੇਟਾ ਕਰਦੇ, ਨਾਲੇ ਬੰਦਨਾ ਕਰਦੇ। ਜਨ ਤੇ ਜਾਚੇ ਆਪਨ ਭਲਾਈ। ਔਰ ਆਪਣਾ ਭਲਾ ਉਹਨਾਂ ਕੋਲੋਂ ਮੰਗਦੇ ਹਨ। ਹਿਰਦੇ ਕਾਮਨਾ ਭਗਤਨ ਜੋਈ। ਜੋ ਭਗਤ ਜਨਾਂ ਦੇ ਹਿਰਦਿਆਂ 'ਚ ਕਾਮਨਾ ਹੁੰਦੀ ਹੈ, ਸ਼੍ਰੀ ਕਰਤਾਰ ਪੂਰ ਹੈ ਸੋਈ। ਉਹਨਾਂ ਦੀ ਕਾਮਨਾ ਕਰਤਾਰ ਪੂਰੀ ਕਰ ਦਿੰਦਾ ਹੈ। ਅਰਥ ਵਾਹਿਗੁਰੂ ਸਮਝਨ ਕਰਕੇ। ਇਦਾਂ ਵਾਹਿਗੁਰੂ ਸ਼ਬਦ ਦੇ ਅਰਥ ਸਮਝ ਕੇ ਹੋਏ ਹੈ ਗਿਆਨ ਜਾਏ ਤਮ ਟਰ ਕੇ। ਜੀਵ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਹਨੇਰਾ ਦੂਰ ਹੋ ਜਾਂਦਾ ਗਿਆਨ ਦਾ। ਚਤਰ ਪਦਾਰਥ ਨਾਮ ਅਧੀਨਾ। ਚਾਰੇ ਪਦਾਰਥ ਪਰਮੇਸ਼ਰ ਦੇ ਨਾਮ ਦੇ ਅਧੀਨ ਹਨ। ਸਿਮਰਨ ਕਰੋ ਹੋਏ ਦੁੱਖ ਛੀਨਾ। ਇਹ ਭਾਈ ਇਹਦਾ ਸਿਮਰਨ ਕਰੋ, ਤੁਹਾਡੇ ਦੁੱਖ ਦੂਰ ਹੋਣਗੇ। ਦੋਹਰਾ ਸ਼੍ਰੀ ਗੁਰ ਕੋ ਉਪਦੇਸ਼ ਸੁਨ ਕਰਨ ਲਗੇ ਸੋ ਕਾਰ। ਭਾਈ ਸਿੰਘਾਂ ਤੇ ਭਾਈ ਗੱਜਣ ਜੀ ਗੁਰੂ ਕਾ ਉਪਦੇਸ਼ ਸੁਣ ਕੇ ਉਹੀ ਕਾਰ ਕਰਨ ਲੱਗੇ ਜੋ ਗੁਰਦੇਵ ਨੇ ਕਹੀ। ਪਿਛਲੀ ਨਿਸ ਇਸ਼ਨਾਨ ਕਰ ਪੜੈ ਸ਼ਬਦ ਇਤ ਧਾਰ। ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜਨ ਲੱਗੇ, ਸ਼ਬਦ ਦਾ ਅਭਿਆਸ ਕਰਨ ਲੱਗੇ। ਜੋ ਪਈ ਦਿਨ ਸਗਰੋ ਨਿਜ ਕ੍ਰਿਤ ਕਮਾਵੇ। ਦਿਨ ਸਮੇਂ ਆਪਣੀ ਕਿਰਤ ਕਰਦੇ ਹਨ। ਅਭਿਆਗਤ ਸੋ ਵੰਡੇ ਖਾਵੇ। ਔਰ ਲੋੜਵੰਦਾਂ ਨਾਲ ਵੰਡ ਕੇ ਛਕਦੇ ਹਨ। ਅੰਤਰ ਸਵਾਸ ਜੇ ਵਾਹੇ ਮਿਲਾਵੇ। ਜਦੋਂ ਸਵਾਸ ਅੰਦਰ ਜਾਂਦਾ ਤਾਂ ਵਾਹੇ ਇਉਂ ਉਚਾਰਦੇ ਹਨ। ਨਿਕਸੇ ਵਹਿਰ ਤੇ ਗੁਰੂ ਅਲਾਵੇ। ਜਦੋਂ ਸਵਾਸ ਬਾਹਰ ਆਉਂਦਾ ਤਾਂ ਗੁਰੂ, ਸਵਾਸ ਅੰਦਰ ਜਾਂਦਾ ਤਾਂ ਵਾਹੇ ਗੁਰੂ ਵਾਹੇ ਗੁਰੂ ਇਉਂ ਚਿੰਤਨ ਕਰਦੇ ਹਨ। ਇਸ ਵਿਧਿ ਆਪਣੋ ਸਮਾਂ ਬਿਤਾਵੇ। ਇਉਂ ਆਪਣਾ ਸਮਾਂ ਬਤੀਤ ਕਰਦੇ ਹਨ। ਸ਼ੁਭ ਤਿਤ ਪੰਚਾਮ੍ਰਿਤ ਕਰਵਾਵੇ। ਜਦੋਂ ਕੋਈ ਦਿਨ ਤਿਉਹਾਰ ਆਉਂਦਾ ਉਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ ਹਨ। ਕੀਤਿਓ ਸਮਾਂ ਬਤੀਤਿਓ ਤਿਨ ਕੋ। ਇਹ ਤਾਂ ਕੁਝ ਸਮਾਂ ਦੋਨਾਂ ਸਿੱਖਾਂ ਨੇ ਬਤੀਤ ਕੀਤਾ। ਭਲੇ ਕਰਮ ਕੀ ਰੁਚ ਜਿਨ ਮਨ ਕੋ। ਜਿਨ੍ਹਾਂ ਨੂੰ ਭਲੇ ਕਰਮ ਦੀ ਰੁਚੀ। ਫਿਰ ਜਦੋਂ ਹੁਣ ਪਰਖ ਵੀ ਹੁੰਦੀ ਹੈ, ਭਾਈ ਸਿੰਘਾਂ ਦੀ ਪਰਖ ਹੋਣ ਲੱਗੀ ਹੈ। ਗੁਰੂ ਨਾਨਕ ਸਾਹਿਬ ਪਰਖ ਰਹੇ ਨੇ ਹੁਣ ਕਸਵੱਟੀ ਲਾ ਕੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਅੰਮ੍ਰਿਤ ਨਾਮ ਸਾਡੇ ਹਿਰਦਿਆਂ 'ਚ ਵਸੇ। ਸਵਾਸ ਸਵਾਸ ਸਾਹਿਬ ਦਾ ਚਿੰਤਨ ਚੱਲ ਪਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। 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 ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ। हे अच्युत हे पार ब्रह्म, ਅਬਨਾਸੀ ਅਗਨਾਸ, हे पूरन हे सर्वमय, ਦੁਖ ਭੰਜਨ ਗੁਣ ਤਾਸ, हे संगी हे निरंकार, ਏ ਨਿਰਗੁਣ ਸਭ ਟੇਕ, हे गोविंद हे गुण निधान, ਜਾਂ ਕੀ ਸਦਾ ਬਵੇਕ, हे अपरंपर हर हरे, ਹੈ ਪੀਓ ਅਣਹਾਰ, हे संत कै सदा संग, ਨਿਧਾਰਾ ਆਧਾਰ, हे ठाकुर हों दासरो, ਮੈਂ ਨਿਰਗੁਣ ਗੁਣ ਨਹੀਂ ਕੋਏ, नानक दीजै नाम दान, ਰਾਖੋਈ ਐ ਪਰੋਏ, आए प्रभ शरणागति, ਕਿਰਪਾ ਨਿਧ ਦਿਆਲ, एक अखर हर मन बस्त, ਨਾਨਕ ਹੋਤ ਨਿਹਾਲ, वाहिगुरु नाम जहाज है, ਚੜੇ ਸੋ ਤੇਰੇ ਪਾਰ, जो शरदा कर सेवंदे, ਗੁਰ ਪਾਰੇ ਉਤਾਰ ਨਿਹਾਰ, वाहिगुरु नाम जहाज है, ਚੜੇ ਸੋ ਤੇਰੇ ਪਾਰ, जो शरदा कर सेवंदे, ਗੁਰ ਪਾਰੇ ਉਤਾਰ ਨਿਹਾਰ। वाहिगुरु जी का खालसा, वाहिगुरु जी की फतेह।